स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਜਦੋਂ ਪੂਰਾ ਮੁਲਕ ਖੁਸ਼ੀਆਂ ਮਨਾ ਰਿਹਾ ਹੁੰਦਾ ਹੈ, ਜਦੋਂ ਪੂਰਾ ਮੁਲਕ ਤਿਉਹਾਰ ਮਨਾ ਰਿਹਾ ਹੁੰਦਾ ਹੈ, ਜਦੋਂ ਪੂਰਾ ਮੁਲਕ ਆਪਣੇ ਘਰ ਦੇ ਉੱਤੇ ਰੰਗ ਬਰੰਗੀਆਂ ਰੌਸ਼ਨੀਆਂ ਲਗਾ ਰਿਹਾ ਹੁੰਦਾ ਤਾਂ ਕੁਝ ਲੋਕ ਇਸ ਮੁਲਕ ਦੇ ਵਿੱਚ ਅਜਿਹੇ ਨੇ ਜੋ ਆਪਣਿਆਂ ਤੇ ਜਾਣ ਦਾ ਗਮ ਸੋਗ ਤੇ ਦੁੱਖ ਦੇ ਵਿੱਚ ਡੁੱਬੇ ਹੁੰਦੇ ਹਨ। ਤੁਸੀਂ ਸ਼ਾਇਦ ਸਮਝ ਗਏ ਹੋਵੋਗੇ, ਜੀ ਹਾਂ, ਮੈਂ ਗੱਲ ਕਰ ਰਿਹਾ 1984 ਸਿੱਖ ਕਤਲੇਆਮ ਦੇ ਪੀੜਤਾਂ ਦੀ। ਇਹ ਜਦੋਂ ਵੀ ਦਿਨ ਆਉਂਦੇ ਨੇ ਉਹਨਾਂ ਲਈ ਸੋਗ ਦੁੱਖ ਤੇ ਸੰਤਾਪ ਲੈ ਕੇ ਆਉਂਦੇ ਨੇ, ਕਿਉਂਕਿ ਇਹ ਦਿਨ ਬਾਕੀਆਂ ਲਈ ਭਾਵੇਂ ਖੁਸ਼ੀਆਂ ਭਰੇ ਹੋਣ ਪਰ ਇਹਨਾਂ ਲੋਕਾਂ ਲਈ ਦੁੱਖ ਭਰੇ ਦਿਨ ਨੇ। ਦੁੱਖ ਹੋਰ ਵੀ ਵੱਡਾ ਇਸ ਲਈ ਹੋ ਜਾਂਦਾ ਕਿਉਂਕਿ ਜਿਨ੍ਹਾਂ ਨੇ ਆਪਣਿਆਂ ਨੂੰ ਖੋਇਆ ਉਹਨਾਂ ਨੂੰ ਇਨਸਾਫ ਹਾਲੇ ਤੱਕ ਨਹੀਂ ਮਿਲਿਆ। ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ। 33 ਸਾਲਾਂ ਬਾਅਦ ਵੀ ਹਾਲੇ ਵੀ ਦਰਕਾਰ ਹੈ ਇਹਨਾਂ ਨੂੰ ਇਨਸਾਫ ਦੀ। ਇਹ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਵਾਕਈ ਇਹ ਮੁਲਕ ਸਾਡਾ ਕਿ ਇੱਕ ਆਜ਼ਾਦ ਮੁਲਕ ਦੇ ਵਿੱਚ ਅਸੀਂ ਰਹਿੰਦੇ ਹਾਂ। ਔਰ ਵੱਡਾ ਸਵਾਲ ਇਹ ਵੀ ਖੜਾ ਹੋ ਜਾਂਦਾ ਜਦੋਂ ਘੱਟ ਗਿਣਤੀਆਂ ਨੂੰ ਇਸ ਮੁਲਕ ਦੇ ਵਿੱਚ ਇਨਸਾਫ ਨਾ ਮਿਲ ਰਿਹਾ ਹੋਵੇ ਤਾਂ ਘੱਟ ਗਿਣਤੀਆਂ ਦੇ ਮਨ ਦੇ ਵਿੱਚ ਜ਼ਰੂਰ ਆ ਜਾਂਦਾ ਕਿ ਇਨਸਾਫ ਸ਼ਾਇਦ ਦੋ ਤਰ੍ਹਾਂ ਦਾ ਤਾਂ ਨਹੀਂ ਹੈ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਾਡਾ ਖਾਸ ਮਹਿਮਾਨ ਨੇ, ਸਭ ਤੋਂ ਪਹਿਲਾਂ ਜਾਣ ਪਛਾਣ ਕਰਾਦਾ ਮੈਂ ਕੌਣ ਨੇ। ਸਾਡੇ ਨਾਲ ਸੁਰਜੀਤ ਸਿੰਘ ਜੀ ਨੇ, ਸਿੱਖ ਕਤਲੇਆਮ ਪੀੜਤ ਕਮੇਟੀ ਦੇ ਨਾਲ ਜੁੜੇ ਹੋਏ ਨੇ। ਡਾਕਟਰ ਤਾਰਾ ਸਿੰਘ ਸੰਧੂ ਸਾਹਿਬ ਨੇ, ਬੁਲਾਰ ਨੇ ਪੰਜਾਬ ਕਾਂਗਰਸ ਦੇ। ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਨੇ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ। ਔਰ ਸਾਡੇ ਨਾਲ ਵਿਨੀਤ ਜੋਸ਼ੀ ਜੀ ਨੇ, ਸਕੱਤਰ ਨੇ ਬੀਜੇਪੀ ਦੇ। ਗੁਰਦੀਪ ਕੌਰ ਜੀ ਨੇ ਜੋ ਕਿ ਸਿੱਖ ਕਤਲੇਆਮ ਪੀੜਤ ਕਮੇਟੀ ਦੇ ਵੈਲਫੇਅਰ ਦੇ ਇਸਤਰੀ ਵਿੰਗ ਦੇ ਪ੍ਰਧਾਨ ਨੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਮੈਂ ਸ਼ੁਰੂਆਤ ਗੁਰਦੀਪ ਕੌਰ ਜੀ ਤੁਹਾਡੇ ਤੋਂ ਕਰਨਾ ਚਾਹਾਂਗਾ। ਹਰ ਵਾਰ ਅਸੀਂ ਇਸ ਤਰ੍ਹਾਂ ਦੀਆਂ ਡਿਬੇਟਸ ਲੈ ਕੇ ਆਉਂਦੇ ਹਾਂ, ਹਰ ਸਾਲ ਅਸੀਂ ਵੀ ਯਾਦ ਕਰਦੇ ਹਾਂ ਕਿ ਹਾਲੇ ਤੱਕ ਇਨਸਾਫ ਨਹੀਂ ਹੋਇਆ, ਇਨਸਾਫ ਦੀ ਜੰਗ ਚੱਲਦੀ ਪਈ ਹੈ, ਅਦਾਲਤਾਂ ਦੇ ਚੱਕਰ ਮਾਰੇ ਜਾ ਰਹੇ ਨੇ। ਪਰ ਤੁਹਾਨੂੰ ਨਹੀਂ ਲੱਗਦਾ ਕਿ ਹੁਣ 33 ਸਾਲ ਬੀਤ ਜਾਣ ਦੇ ਬਾਅਦ ਜਿਹੜੇ ਲੋਕ ਪਿੱਛੇ ਰਹਿ ਗਏ ਨੇ, ਜਿਨ੍ਹਾਂ ਦੇ ਆਪਣੇ ਜਾ ਚੁੱਕੇ ਨੇ, ਉਹਨਾਂ ਦੇ ਮਨ ਦੇ ਵਿੱਚ ਇਹ ਜ਼ਰੂਰ ਆਏਗਾ ਕਿ ਹੁਣ ਇਨਸਾਫ ਸ਼ਾਇਦ ਹੀ ਮਿਲੇ? ਦੇਖੋ, ਇਸ ਚੀਜ਼ ਦਾ ਤੇ ਜਿਹੜਾ ਹੈਗਾ ਉਹ ਸਾਫ਼ ਗੱਲ ਹੈਗੀ ਆ ਵੀ ਸਾਨੂੰ ਅੱਜ ਦਿਨ ਤੱਕ 33 ਸਾਲ ਹੋ ਗਏ, ਕਿਸੇ ਕੋਰਟ ਵੱਲੋਂ, ਕਿਸੇ ਸਰਕਾਰ ਵੱਲੋਂ, ਕਿਸੇ ਜਗ੍ਹਾ ਤੋਂ ਵੀ ਸਾਨੂੰ ਇਨਸਾਫ ਦੀ ਕੋਈ ਕਿਰਨ ਨਹੀਂ ਦਿਖਾਈ ਦਿੱਤੀ। 11 ਕਮਿਸ਼ਨ ਬਣੇ ਹਿੰਦੁਸਤਾਨ ਦੇ ਵਿੱਚ, ਪਰ ਕਿਸੇ ਇੱਕ ਕਮਿਸ਼ਨ ਨੇ ਵੀ ਇਹੋ ਜਿਹੀ ਸਿਫਾਰਿਸ਼ ਨਹੀਂ ਕੀਤੀ ਕਿ ਉਹਨਾਂ 84 ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਜਦੋਂ ਇਹ ਦਿਨ ਆਉਂਦੇ ਨੇ ਉਸ ਟਾਈਮ ਤੁਸੀਂ ਜਾ ਕੇ ਉਹਨਾਂ ਵਿਧਵਾਵਾਂ ਦੀ ਹਾਲਤ ਦੇਖੋ, ਉਹਨਾਂ ਮਾਵਾਂ ਦੀ ਹਾਲਤ ਦੇਖੋ ਜਿਨ੍ਹਾਂ ਦੇ ਬੱਚੇ ਖੋ ਗਏ, ਜਿਨ੍ਹਾਂ ਦੇ ਘਰ ਵਾਲੇ ਚਲੇ ਗਏ, ਜਿਨ੍ਹਾਂ ਦੇ ਘਰ ਲੁੱਟੇ ਗਏ, ਘਰੋਂ ਬੇਕਾਰ ਹੋ ਗਏ। 33 ਸਾਲ ਤੋਂ ਅਸੀਂ ਲੋਕ ਜਿਹੜੀ ਹੈਗੀ ਆ ਇਹ ਜ਼ਿੰਦਗੀ ਨਹੀਂ ਜੀ ਰਹੇ, ਅਸੀਂ ਵੱਧ ਤੋਂ ਬੱਤਰ ਜ਼ਿੰਦਗੀ ਜੀ ਰਹੇ ਹਾਂ। ਸਾਨੂੰ ਬੜੇ ਅਫਸੋਸ ਦੇ ਨਾਲ ਇਹ ਗੱਲ ਕਹਿਣੀ ਪੈਂਦੀ ਆ, ਜਦੋਂ ਸਾਡੀ ਭਾਜਪਾ ਸਰਕਾਰ ਬਣਨ ਵਾਲੀ ਸੀ, ਇਲੈਕਸ਼ਨਾਂ ਤੋਂ ਪਹਿਲੇ ਮੋਦੀ ਸਾਹਿਬ ਨੇ ਇਹ ਇੱਕ ਐਲਾਨ ਕੀਤਾ ਸੀਗਾ ਕਿ ਜਦੋਂ ਮੇਰੀ ਸਰਕਾਰ ਬਣੇਗੀ ਸਭ ਤੋਂ ਪਹਿਲੇ ਮੈਂ ਉਹਨਾਂ ਕਾਤਲਾਂ ਨੂੰ ਸਜ਼ਾਵਾਂ ਦੇਵਾਂਗਾ। ਸਾਨੂੰ ਬੜੀ ਵੱਡੀ ਆਸ ਲੱਗੀ ਸੀ, ਅਸੀਂ ਬਹੁਤ ਆਪਣੇ ਮਨਾਂ ਵਿੱਚ ਆਸਾਂ ਰੱਖੀਆਂ ਸਨ, ਬੜੀਆਂ ਅਰਦਾਸਾਂ ਕੀਤੀਆਂ ਸਨ, ਉਹਨਾਂ ਦਾ ਪ੍ਰਧਾਨ ਮੰਤਰੀ ਬਣਨ ਵਾਸਤੇ ਬਹੁਤ ਕੁਝ ਕੀਤਾ ਸੀ ਕਿ ਸਾਡੇ ਕਾਤਲਾਂ ਨੂੰ ਸਜ਼ਾਵਾਂ ਮਿਲਣਗੀਆਂ, ਸਾਡੇ ਜ਼ਖਮਾਂ ਤੇ ਥੋੜੀ ਜਿਹੀ ਮਰਮ ਲੱਗੇਗੀ। ਪਰ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਸ਼ਾਇਦ ਸਾਡੀ ਬਹੁਤ ਵੱਡੀ ਬਦਕਿਸਮਤੀ ਹੈਗੀ ਆ, ਸਾਡੀ ਕਿਸਮਤ ਹੀ ਖਰਾਬ ਹੈਗੀ ਆ ਜਿਹੜਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। 3.5 ਸਾਲ ਦੀ ਸਰਕਾਰ ਹੋ ਗਈ ਮੋਦੀ ਸਾਹਿਬ ਦੀ, ਪਰ ਅੱਜ ਦਿਨ ਤੱਕ ਸਾਡੇ ਜਿਹੜੇ ਕੇਸ ਹੈਗੇ ਨੇ ਉਹ ਉਂਝ ਦੇ ਉਂਝ ਹੀ ਹੈਗੇ ਨੇ। ਸਾਨੂੰ ਕਿਸੇ ਪਾਸੇ ਵੀ ਕੋਈ ਆਸ ਦੀ ਕਿਰਨ ਨਹੀਂ ਹੈਗੀ। ਜਿਹੜਾ ਸਾਡੇ ਉਹਨਾਂ ਪਰਿਵਾਰਾਂ ਨੂੰ ਜੋ ਆਈ ਦਿਨ ਤੱਕ ਜੋ ਜ਼ਰੂਰਤਾਂ ਸਨ ਸਰਕਾਰਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ। ਜਿਵੇਂ ਉਹ ਰੁਲਦੇ ਆ ਰਹੇ ਨੇ ਉਵੇਂ ਹੀ ਉਹ ਰੁਲਦੇ ਪਏ ਨੇ। ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਆਸ ਨਹੀਂ ਵੀ ਸਾਨੂੰ ਕਿਤੇ ਵੀ ਕਿਸੇ ਪਾਸੇ ਕੋਈ ਇਨਸਾਫ ਮਿਲੇਗਾ। ਜੀ ਬਿਲਕੁਲ। ਚੀਮਾ ਸਾਹਿਬ, ਮੈਂ ਇੱਕ ਸਵਾਲ ਜਿਹੜਾ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਮੁਲਕ ਦੇ ਵਿੱਚ ਘੱਟ ਗਿਣਤੀਆਂ ਨੂੰ ਜਦੋਂ ਇਨਸਾਫ ਨਹੀਂ ਮਿਲਦਾ ਤਾਂ ਜ਼ਰੂਰ ਉਹਨਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਦੀ ਹੈ ਕਿ ਸ਼ਾਇਦ ਸਾਡੇ ਨਾਲ ਹੀ ਅਜਿਹਾ ਹੋ ਰਿਹਾ ਕਿਉਂਕਿ ਅਸੀਂ ਘੱਟ ਗਿਣਤੀ ਦੇ ਵਿੱਚ ਆਉਂਦੇ, ਜਦੋਂ ਘੱਟ ਗਿਣਤੀਆਂ ਨਾਲ ਇਨਸਾਫ ਨਹੀਂ ਹੁੰਦਾ। ਦੇਖੋ, ਅੰਗਰੇਜ਼ੀ ਦੀ ਕਹਾਵਤ ਹੈ ਜਸਟਿਸ ਡਿਲੇਡ ਜਸਟਿਸ ਡਿਨਾਈਡ। ਠੀਕ ਹੈ ਕਿ ਜੇ ਇਨਸਾਫ ਦੇਰੀ ਨਾਲ ਮਿਲਦਾ ਤੇ ਨਾ ਮਿਲਣ ਦੇ ਬਰਾਬਰ ਹੀ। ਪਰ ਹੁਣ ਤਾਂ ਦੇਰੀ ਵੀ ਜਿਹੜੀ ਹੈ ਉਹ 33 ਸਾਲ ਦੀ ਹੋ ਗਈ। ਜੇ ਘਟਨਾਵਾਂ ਵੱਲ ਦੇਖੀਏ ਤੇ ਇੱਕ ਮਰਡਰ ਨਹੀਂ ਹੋਇਆ, ਕੋਈ ਇੱਕ ਘਰ ਨਹੀਂ ਜਲਿਆ। ਸਰਕਾਰੀ ਅੰਕੜੇ ਵੀ 3000 ਤੋਂ ਉੱਤੇ ਫਿਗਰ ਜਿਹੜੀ ਹੈ ਉਹ ਮਰਨ ਵਾਲਿਆਂ ਦੀ ਦੱਸਦੇ ਆ। ਬਹੁਤ ਸਾਰੇ ਘਰ ਜਲੇ, ਬੀਬੀਆਂ ਬੇਪਤ ਹੋਈਆਂ, ਬੱਚਿਆਂ ਨੂੰ ਜਲਾਇਆ ਗਿਆ। ਪਰ ਅਫਸੋਸ ਇਸ ਗੱਲ ਦਾ ਹੈ ਕਿ ਇੰਨੇ ਸਾਲ ਬੀਤਣ ਦੇ ਬਾਅਦ ਅੱਜ ਵੀ ਇਹਨਾਂ ਲੋਕਾਂ ਨੂੰ ਇਨਸਾਫ ਜਿਹੜਾ ਉਹ ਨਹੀਂ ਮਿਲਿਆ। ਔਰ ਦੂਜੀ ਗੱਲ ਹੈ ਕਿ ਇੱਕ ਤਾਂ ਇਹ ਪੀੜ ਵੀ ਬੜੀ ਵੱਡੀ ਹੈ ਕਿ ਇਨਸਾਫ ਨਹੀਂ ਮਿਲਿਆ। ਦੂਜੀ ਇਸ ਤੋਂ ਵੀ ਵੱਡੀ ਹੈ ਕਿ ਜਿਸ ਧਿਰ ਨੇ ਇਹ ਸਾਰਾ ਕੁਝ ਕਰਵਾਇਆ ਸੀ, ਮੈਨੂੰ ਨਾਮ ਲੈਣ ਤੋਂ ਵੀ ਕੋਈ ਗਰੇਜ ਨਹੀਂ। ਹੁਣ ਤਾਂ ਨਾਨਾਵਤੀ ਕਮਿਸ਼ਨ ਨੇ ਵੀ ਆਪਣੀ ਰਿਪੋਰਟ ਦੇ ਵਿੱਚ ਕਹਿ ਦਿੱਤਾ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਨੇ
ਇਹ ਸਾਰਾ ਕਤਲੇਆਮ ਕਰਵਾਇਆ। ਹੂੰ ਇੱਕ ਤਾਂ ਉਹਨਾਂ ਨੇ ਕਤਲੇਆਮ ਕਰਵਾਇਆ, ਹੂੰ ਇੱਕ ਹੈ ਕਿ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਵੀ, ਸਬੂਤ ਮਿਟਾਉਣ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਕਸਰ ਜਿਹੜੀ ਹੈ ਉਹ ਨਹੀਂ ਸ਼ੈਲਟਰ ਛੱਡੀ। ਕੀਤਾ ਹੂੰ ਔਰ ਤੀਜੀ ਹੋਰ ਜਿਹੜੀ ਗੰਭੀਰਤਾ ਵਾਲੀ ਗੱਲ ਹੈ ਹੂੰ ਕਿ ਉਹਨਾਂ ਦੀ ਲੀਗਲ ਤੌਰ ਤੇ ਬਚਾਉਣ 'ਚ ਮਦਦ ਕੀਤੀ, ਕੇਸ ਨਹੀਂ ਰਜਿਸਟਰ ਹੋਣ ਦਿੱਤੇ। ਹੂੰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮੁੱਖ ਤੌਰ ਦੇ ਉੱਤੇ ਭੀੜਾਂ ਦੀ ਅਗਵਾਈ ਕੀਤੀ, ਕਤਲੇਆਮ ਕਰਵਾਇਆ, ਹੂੰ ਉਹਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਵਿੱਚ ਵੀ ਬਹੁਤ ਹੁਣ ਤੱਕ ਯਤਨ ਜਿਹੜਾ ਉਹ ਕਾਂਗਰਸ ਪਾਰਟੀ ਕਰਦੀ ਰਹੀ। ਉਹਨਾਂ ਨੂੰ ਐਮਪੀ ਵੀ ਬਣਾਇਆ, ਕੇਂਦਰ ਸਰਕਾਰ ਦੇ ਵਿੱਚ ਹੋਰ ਵੱਡੇ ਅਹੁਦੇ ਵੀ ਦਿੱਤੇ, ਐਮਐਲਏ ਦੀਆਂ ਟਿਕਟਾਂ ਵੀ ਦਿੱਤੀਆਂ। ਹੁਣ ਵੀ ਉਹਨਾਂ ਦੇ ਪਰਿਵਾਰਾਂ ਨੂੰ ਨਵਾਜਿਆ ਜਿਹੜਾ ਉਸੇ ਤਰ੍ਹਾਂ ਹੀ ਜਾ ਰਿਹਾ। ਠੀਕ ਹੈ। ਸੰਧੂ ਸਾਹਿਬ ਮੈਂ ਇੱਕ ਗੱਲ ਤੁਹਾਡੇ ਤੋਂ ਜਾਣਨਾ ਚਾਹੁੰਦਾ। ਦੁਨੀਆ ਦੇ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਪਹਿਲੀ ਉਦਾਹਰਨ ਹੋਣੀ ਹੈ ਜਦੋਂ ਆਪਣੇ ਹੀ ਮੁਲਕ ਦੇ ਵਿੱਚ ਆਪਣੇ ਹੀ ਲੋਕਾਂ ਨੂੰ ਕਤਲ ਕਰਨ ਦੇ ਲਈ ਸਰਕਾਰੀ ਮਸ਼ੀਨਰੀ ਦੀ ਇਸ ਤਰ੍ਹਾਂ ਵਰਤੋਂ ਕੀਤੀ ਗਈ ਹੋਵੇ। ਨਾ ਸਿਰਫ ਕਤਲ ਕਰਨ ਦੇ ਲਈ, ਬਾਅਦ ਦੇ ਵਿੱਚ ਮੁਲਜ਼ਮਾਂ ਨੂੰ ਬਚਾਉਣ ਦੇ ਲਈ ਵੀ। ਇਹ ਇੱਕ ਵੱਡਾ ਇਲਜ਼ਾਮ ਤੁਹਾਡੇ ਵਿਰੋਧੀ ਨੇ ਜਿਹੜੇ ਉਹ ਤੁਹਾਡੀ ਪਾਰਟੀ ਤੇ ਲਗਾਉਂਦੇ ਨੇ ਕਿ ਇੱਕ ਅਜਿਹਾ ਪੂਰੀ ਦੁਨੀਆ ਦੇ ਵਿੱਚ ਮਾਮਲਾ ਹੋਏਗਾ ਜਦੋਂ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਹੈ ਆਪਣੇ ਮੁਲਕ ਦੇ ਲੋਕਾਂ ਨੂੰ ਮਾਰਨ ਦੇ ਲਈ। ਪਹਿਲੀ ਗੱਲ ਤਾਂ ਇਹ ਹੈ ਹਰਪ੍ਰੀਤ ਜੀ ਕਿ ਇੱਕ ਸਪੌਂਟੇਨੀਅਸ ਘਟਨਾ ਹੋਣਾ ਤੇ ਇੱਕ ਕੈਲਕੂਲੇਸ਼ਨ ਨਾਲ ਪਹਿਲਾਂ ਤੋਂ ਘੱਟ ਗਿਣਤੀਆਂ ਨੂੰ ਮਾਰਨ ਦਾ ਕਰਨਾ, ਜਿਵੇਂ ਰੋਹਿੰਗਾ ਮੁਸਲਮਾਨਾਂ ਵਾਲੀ ਸਮਝ ਹੁੰਦੀ ਹੈ। ਇੱਥੇ ਘਟਨਾ ਕੀ ਕਿ ਪ੍ਰਾਈਮ ਮਿਨਿਸਟਰ ਦਾ ਕਤਲ ਹੋਇਆ, ਉਹਦੇ ਨਾਲ ਇਹ ਜਿਹੜਾ ਚੱਲ ਪਿਆ। ਉਧਰੋਂ ਪੰਜਾਬ ਦੇ ਵਿੱਚ ਇਸ ਕਿਸਮ ਦਾ ਚੱਲ ਰਿਹਾ ਸੀਗਾ ਹਾਲਾਤ, ਉਹ ਪੰਜਾਬ ਦੇ ਹਾਲਾਤਾਂ ਨੇ ਉਹਦੇ ਤੇ ਵੀ ਅਸਰ ਕੀਤਾ ਇੱਕ ਤਾਂ ਹੀ। ਪਰ ਫਿਰ ਵੀ ਮੈਂ ਕਹਿੰਦਾ, ਫਿਰ ਵੀ ਮੈਂ ਡਾਕਟਰ ਤਾਰਾ ਸਿੰਘ ਜੀ ਰੋਕਾਂ ਨਹੀਂ, ਇਹ ਕਤਲੇਆਮ ਹੈ, ਇਹ ਕੋਈ ਦੰਗੇ ਨਹੀਂ ਹੈ, ਕੁਝ ਨਹੀਂ ਹੈ। ਜਦੋਂ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਜੇ ਤਾਂ ਨੁਕਸਾਨ ਦੋਵੇਂ ਧਿਰਾਂ ਦਾ ਹੋਵੇ, ਨਹੀਂ ਮੈਂ ਕਹਿੰਦਾ ਨਾ, ਜੇ ਕਤਲੇਆਮ ਦੋਵੇਂ ਧਿਰਾਂ ਦਾ ਮੇਰੀ ਗੱਲ ਤਾਂ ਮੰਨੀ ਜਾ ਸਕਦੀ ਹੈ ਕਿ ਇਹ ਅਚਨਚੇਤੀ ਮੇਰੀ ਗੱਲ ਕੰਪਲੀਟ ਹੋ ਲੈਣ ਦਿਓ ਨਾ। ਫਿਰ ਵੀ ਮੈਂ ਸਮਝਦਾ ਕਿ ਇਹ ਕਤਲੇਆਮ ਨਹੀਂ ਸੀ ਹੋਣਾ ਚਾਹੀਦਾ, ਗਲਤ ਹੋਇਆ। ਔਰ ਇਸੇ ਕਰਕੇ ਕਾਂਗਰਸ ਪਾਰਟੀ ਦੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਨੂੰ ਪਾਰਲੀਮੈਂਟ ਦੇ ਫਲੋਰ ਦੇ ਮਾਫੀ ਮੰਗਣੀ ਪਈ। ਨਹੀਂ, ਫਿਰ ਸਵਾਲ ਤਾਂ ਉਹੀ ਹੈ, ਮਤਲਬ ਮਰੇ ਵੀ ਅਸੀਂ, ਮਾਫੀ ਵੀ ਅਸੀਂ ਮੰਗੀ ਹੈ। ਸਵਾਲ ਤਾਂ ਇਹ ਖੜਾ ਹੁੰਦਾ ਨਾ, ਉਹਨੇ ਕਾਂਗਰਸ ਪਾਰਟੀ ਦੇ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਹੀ ਕਤਲ ਕੀਤਾ ਗਿਆ ਤੇ ਇੱਕ ਸਿੱਖ ਤੋਂ ਹੀ ਪੂਰੇ ਮੁਲਕ ਤੋਂ ਮਾਫੀ ਮੰਗਾ ਦਿੱਤੀ ਗਈ। ਮੈਂ ਡਾਕਟਰ ਤਾਰਾ ਸਿੰਘ ਕਰਕੇ ਨਹੀਂ ਮੰਗੀ। ਮੈਂ ਡਾਕਟਰ ਤਾਰਾ ਸਿੰਘ ਹਰਾ ਤੋਂ ਸਾਡੇ ਸਾਥੀ ਨੇ। ਦੇਖੋ ਜੀ, ਹੁਣ ਵੀ ਸੱਚ ਨਹੀਂ ਬੋਲਾਂਗੇ ਜ਼ਮੀਰ ਦੀ ਆਵਾਜ਼ ਤੇ ਫਿਰ ਇਹਨਾਂ ਲੋਕਾਂ ਦੇ ਮਨ ਨੂੰ ਠੇਸ ਪਹੁੰਚੂਗੀ। ਇਹ ਕਹਿੰਦੇ ਕਿ ਇੱਕ ਅਚਾਨਕ ਹੋਈ ਘਟਨਾ ਸੀ। ਹੁਣ ਦੇਖੋ, ਸਾਰੀ ਦੁਨੀਆ ਨੂੰ ਪਤਾ ਹੈ ਕਿ ਮਰਡਰ ਹੋ ਗਿਆ, ਕੁਝ ਘੰਟੇ ਬਿਲਕੁਲ ਕੁਝ ਨਹੀਂ ਹੋਇਆ। ਉਸ ਤੋਂ ਬਾਅਦ ਬਿਆਨ ਆਇਆ ਕਿ ਜब बड़ा पेड़ गिरता है धरती कांपती है। ਉਸ ਤੋਂ ਬਾਅਦ ਖੂਨ ਦਾ ਬਦਲਾ, ਖੂਨ ਦੇ ਨਾਰੇ ਜਿਹੜੇ ਆ ਉਸ ਵੇਲੇ ਇੱਕੋ ਹੀ ਟੈਲੀਵਿਜ਼ਨ ਹੁੰਦਾ ਸੀ ਸਰਕਾਰੀ, ਉੱਥੇ ਲੱਗੇ, ਉਹਦੇ ਉੱਤੇ ਲੱਗੇ। ਫਿਰ ਉਸ ਤੋਂ ਬਾਅਦ ਭੀੜਾਂ ਜਿਹੜੀਆਂ ਡੀਟੀਸੀ ਦੀਆਂ ਬੱਸਾਂ ਤੇ ਆਉਣੀਆਂ ਸ਼ੁਰੂ ਹੋਈਆਂ। ਇੱਕੋ ਜਿਹਾ ਸਾਰਿਆਂ ਕੋਲੇ ਪਾਊਡਰ ਸੀ, ਉਹਨਾਂ ਦੇ ਹੱਥ ਦੇ ਵਿੱਚ ਵੋਟਰ ਲਿਸਟਾਂ ਸੀ। ਉਹਨਾਂ ਨੂੰ ਘਰਾਂ ਦੀ ਸ਼ਨਾਖਤ ਕਰਾਈ ਗਈ। ਲੋਕਾਂ ਨੇ ਕਾਂਗਰਸ ਦੇ ਲੀਡਰਾਂ ਨੂੰ ਕੋਲ ਖੜ ਕੇ ਮਰਵਾਉਂਦਿਆਂ ਦੇਖਿਆ। ਫਿਰ ਆਪਾਂ ਕਿੱਦਾਂ ਕਹਿ ਸਕਦੇ ਕਿ ਇਹ ਇੱਕ ਸਪੌਂਟੇਨੀਅਸ ਤੇ ਅਚਾਨਕ ਹੋਈ ਘਟਨਾ ਸੀ? ਦੇਖੋ, ਇਹ ਡਾਕਟਰ ਤਾਰਾ ਸਿੰਘ ਜੀ, ਇਹ ਗੱਲਾਂ ਹੁਣ ਕਮਿਸ਼ਨਰ ਨੇ ਐਸਟੈਬਲਿਸ਼ ਕਰ ਦਿੱਤੀਆਂ। ਕਦੀ ਸੁਣਿਆ ਕਿ ਇੱਥੇ ਹੁਣੇ ਬਾਹਰ ਲੜਾਈ ਹੋ ਜੇ ਤੇ ਸਾਰਿਆਂ ਕੋਲ ਇੱਕੋ ਵਾਰੀ ਇੱਕੋ ਸ਼ਹਿਰ 'ਚ ਇੱਕੋ ਜਿਹਾ ਪਾਊਡਰ ਆ ਜਾਵੇ? ਜਿੰਨੀ ਦੇਰ ਤੱਕ ਕੋਈ ਤਿਆਰੀ ਨਾ ਕਰਵਾ ਰਿਹਾ ਹੋਵੇ ਇਸ ਘਟਨਾਕ੍ਰਮ ਦੀ, ਇਹ ਕਿੱਦਾਂ ਹੋ ਸਕਦਾ ਕਿ ਇੱਥੇ ਹੁਣ ਇੱਕ ਹੋਵੇ ਤੇ ਭੀੜ ਭੜਕ ਕੇ ਵੱਧ ਤੋਂ ਵੱਧ ਧਰਨਾ ਲਾ ਸਕਦੀ ਹੈ, ਕੋਈ ਕੋਲ ਖੜਾ ਬੰਦਾ ਇੱਕ ਦੇ ਗਲ ਪੈ ਸਕਦੀ ਹੈ? ਠੀਕ ਹੈ ਸਮਝ ਗਿਆ। ਬੱਸਾਂ ਦਿੱਤੀਆਂ, ਵੋਟਰ ਲਿਸਟਾਂ ਦਿੱਤੀਆਂ, ਪੂਰਾ ਪਲਾਨ ਅਟੈਕ ਸੀਗਾ। ਬਿਲਕੁਲ। ਔਰ ਮੈਂ ਤੁਹਾਡੇ ਤੋਂ ਜਾਣਨਾ ਚਾਹਣਾ ਸੁਰਜੀਤ ਸਿੰਘ ਜੀ, ਜਿਵੇਂ ਤਾਰਾ ਸਿੰਘ ਜੀ ਹੋਰਾਂ ਨੇ ਕਿਹਾ ਕਿ ਅਚਨਚੇਤੀ ਘਟਨਾ ਹੈਗੀ ਹੈ ਜਿਸ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਮਾਰਿਆ ਜਾਂਦਾ, ਤਾਂ ਪ੍ਰਧਾਨ ਮੰਤਰੀ ਦੇ ਮਰਨ ਤੋਂ ਬਾਅਦ ਜਿਹੜੇ ਦੁੱਖ ਦੇ ਵਿੱਚ ਲੋਕ, ਸੋਗ ਦੇ ਵਿੱਚ ਲੋਕ ਸੀ, ਵਰਕਰ ਸੀ, ਉਹਨਾਂ ਨੇ ਉਹ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਮੈਂ ਤਾਰਾ ਸਿੰਘ ਜੀ ਤੋਂ ਕੋਈ ਗੱਲ ਪੁੱਛਣਾ ਚਾਹੁੰਦਾ। ਤਾਮਿਲਨਾਡੂ ਦੇ ਵਿੱਚ ਰਾਜੀਵ ਗਾਂਧੀ ਦੀ ਹੱਤਿਆ ਹੋਈ, ਉੱਥੇ ਦੰਗੇ ਕਿਉਂ ਨਹੀਂ ਹੋਇਆ? ਉੱਥੇ ਕਤਲੇਆਮ ਕਿਉਂ ਨਹੀਂ ਹੋਇਆ? ਉੱਥੇ ਤਾਮਿਲਾਂ ਨੂੰ ਕਿਉਂ ਨਹੀਂ ਸਾਰਿਆਂ ਨੂੰ ਮਾਰ ਦਿੱਤਾ ਗਿਆ? ਇਹ ਸਾਰੀ ਪਲਾਨਿੰਗ ਸੀ, ਰਾਜੀਵ ਗਾਂਧੀ ਦੀ ਪਲਾਨਿੰਗ ਸੀ। ਸ਼ਾਮ ਨੂੰ ਦੰਗੇ ਭੜਕੇ ਨੇ 5 ਵਜੇ ਤੋਂ ਬਾਅਦ। 31 ਅਕਤੂਬਰ ਨੂੰ 12 ਵਜੇ ਗੋਲੀ ਲੱਗੀ ਇੰਦਰਾ ਗਾਂਧੀ ਨੂੰ, ਇਹਨਾਂ ਡਿਕਲੇਅਰ ਕੀਤਾ ਸ਼ਾਮ ਨੂੰ। ਉਸ ਤੋਂ ਬਾਅਦ ਰਾਤ ਨੂੰ ਸਾਰੀ ਪਲਾਨਿੰਗ ਬਣਾਈ ਗਈ ਹੈ। ਰਾਜੀਵ गांधी ने नारा देता है टीवी ਦੇ ਚੈਨਲ ਦੇ ਉੱਪਰ, खून का बदला खून, जब कोई बड़ा पेड़ गिरता है धरती हिलती है। ठीक है। उस तो बाद सज्जन कुमार, जगदीश टैटलर, HKL ਭਗਤ, ਅਜੇ ਮਾਕਨ, ਇਹਨਾਂ ਦੇ ਹੋਰ ਵੀ ਕਈ ਜਿਹੜੇ ਲੀਡਰ ਸਨ, ਜਿਹੜੇ ਸੀਨੀਅਰ ਲੀਡਰਸ਼ਿਪ ਸੀ, ਉਹਨਾਂ ਮੀਟਿੰਗ ਕਰਕੇ ਪਲਾਨਿੰਗ ਬਣਾ ਕੇ ਵੋਟਰ ਲਿਸਟਾਂ ਦੇ ਕੋਲ ਸਨ। ਵੋਟਰ ਲਿਸਟਾਂ ਲੈ ਕੇ ਇਹਨਾਂ ਨੇ, ਇਹ ਭੀੜਾਂ ਸਨ, ਇਹਨਾਂ ਦੰਗੇ ਜਿਹਨਾਂ ਨਹੀਂ ਦੇਖਿਆ ਨਾ, ਉਹਦੇ ਮਜ਼ਾਕ ਹੈ। ਇਹ ਸਮਝਦੇ ਨੇ ਕੁਝ ਨਹੀਂ ਹੋਇਆ ਜੀ। 300-400 ਬੰਦਾ ਅਗਵਾਈ ਕਰਦੇ ਸਨ ਕਾਂਗਰਸੀ। ਰੋਡਾਨਾ ਦੇ ਕੋਲ,
ਪੋਟਾਸ਼ ਇਹਨਾਂ ਦੇ ਕੋਲ, ਕੈਮੀਕਲ ਸੀ ਕੋਈ ਇਹਨਾਂ ਦੇ ਕੋਲ, ਜਿਹੜਾ ਥੱਲੇ ਸੜਦੇ ਸਨ ਤੇ ਅੱਗ ਲੱਗ ਜਾਂਦੀ ਸੀ। ਫਿਰ ਉੱਥੇ ਕਹਿੰਦੇ ਸਨ ਦੇਖੋ ਬੰਦਰ ਨਾਚ ਰਿਹਾ, ਉੱਥੇ ਡਰਾਮੇ ਕਰਦੇ ਸਨ ਉੱਥੇ ਵੇਖ ਕੇ ਲਾਸ਼ਾਂ ਨੂੰ। ਫਿਰ ਇਹਨਾਂ ਨੇ ਸੈਂਕੜੇ ਧੀਆਂ ਭੈਣਾਂ ਦਿੱਲੀ ਵਿੱਚ ਇਹਨਾਂ ਨੌਜਵਾਨ ਚ ਕੁੜੀਆਂ ਚੱਕ ਕੇ ਲੈ ਗਏ। ਉੱਥੇ 4 ਦਿਨ ਨੰਗਾ ਨਾਚ ਹੋਇਆ ਦਿੱਲੀ ਦੇ ਵਿੱਚ। ਕਾਨਪੁਰ ਦੇ ਵਿੱਚ ਤਕਰੀਬਨ ਪੌਣੇ 300 ਬੰਦਾ ਮਾਰਿਆ ਗਿਆ। ਮੈਂ ਕਾਨਪੁਰ ਦੇ ਨੇੜੇ ਹੋਇਆ ਜੀ। ਉੱਥੇ 56 ਕੁੜੀਆਂ ਚੁੱਕ ਕੇ ਲੈ ਗਏ, ਇਹਨਾਂ ਦੇ ਜਿਹੜੇ ਸਨ ਲੀਡਰਸ਼ਿਪ ਸੀ ਚੁੱਕ ਕੇ ਲੈ ਗਏ। ਕੋਈ ਪਰਚੇ ਰਜਿਸਟਰ ਤਾਂ ਹੋਏ ਨਹੀਂ। ਇਹ ਦਿੱਲੀ ਦੇ ਕਹਿੰਦੇ ਨੇ 2800 ਬੰਦੇ ਦਾ ਖਿਲਾਫ ਜੀ, ਸਿਰਫ ਇਹਨਾਂ ਦੀ ਗਿਣਤੀ ਜਿਹੜੀ ਸਰਕਾਰੀ ਆંકੜੇ ਨੇ ਕਿ 2800 ਜਿਹੜੇ ਬੰਦੇ ਮਾਰੇ ਗਏ। ਬੰਦਾ ਘੱਟ ਤੋਂ ਘੱਟ 7000 ਬੰਦਾ ਦਿੱਲੀ ਇਕੱਲੇ 'ਚ ਮਾਰਿਆ ਗਿਆ ਤੇ 4000 ਬੰਦਾ ਮਾਰਿਆ ਗਿਆ ਸਾਰੇ ਹਿੰਦੁਸਤਾਨ। ਬੁਖਾਰੋ ਦੇ ਵਿੱਚ ਭੱਠੀ ਦੇ ਵਿੱਚ ਇਹਨਾਂ ਨੇ 56 ਬੰਦੇ ਜਿੰਦੇ ਚੁੱਕ ਕੇ ਭੱਠੀ ਵਿੱਚ ਸਿੱਟ ਤੇ ਬੁਖਾਰੋ। ਐਡਾ ਅਨਰਥ, ਐਡਾ ਜ਼ੁਲਮ ਇਸ ਕੰਟਰੀ ਦੇ ਵਿੱਚ ਅੱਜ 33 ਸਾਲ ਹੋ ਗਏ ਨੇ, ਕੋਈ ਇਨਸਾਫ ਦੀ ਗੱਲ ਹੀ ਨਹੀਂ ਕਰਦਾ, ਕੋਈ ਗੱਲ ਹੀ ਨਹੀਂ। ਇਹਨਾਂ ਦੀ ਕਾਂਗਰਸ ਦੀ 2 ਵਾਰੀ ਸਰਕਾਰ ਬਣੀ ਹੈ, ਇਹਨਾਂ ਨੇ ਕੀ ਕਾਰਵਾਈ ਕੀਤੀ ਹੈ? ਇਹਨਾਂ ਨੇ ਜਗਦੀਸ਼ ਚਾਟਲਰ ਨੂੰ ਜੈਡ ਸੁਰੱਖਿਆ ਦਿੱਤੀ, ਸੱਜਣ ਕੁਮਾਰ ਨੂੰ ਦਿੱਤੀ। ਚਲੋ ਮੈਂ 1 ਮਿੰਟ ਵਾਪਸ ਆਣਾ, 1 ਮਿੰਟ ਆਣਾ ਵਾਪਸ। ਤਾਰਾ ਸਿੰਘ ਜੀ, ਇੱਕ ਸਵਾਲ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ, ਫਿਰ ਮੈਂ ਵਿਨੀਤ ਜੀ ਕੋਲ ਜਾਣਾ। ਚਲੋ ਕਤਲੇਆਮ ਹੋ ਗਿਆ ਔਰ ਤੁਸੀਂ ਕਹਿ ਰਹੇ ਹੋ ਕਿ ਉਹ ਜਿਹੜਾ ਅਚਨਚੇਤ ਹੋਇਆ ਜਾਂ ਜੋ ਵੀ ਹੋਇਆ, ਪਰ ਜਦੋਂ ਸ਼ੈਲਟਰ ਕਰਨ ਦੀ ਗੱਲ ਆਉਂਦੀ ਹੈ, ਜਦੋਂ ਵਾਰ-ਵਾਰ ਅਸੀਂ ਇਹ ਕਹਿੰਦੇ ਆ ਕਿ ਫਲਾਣੇ ਮੁਲਜ਼ਮ ਨੇ, ਬੱਚੇ ਨੂੰ ਪਤਾ ਕਿ ਆਹ ਮੁਲਜ਼ਮ ਨੇ, ਫਿਰ ਉਹਨਾਂ ਦਾ ਢਾਲ ਬਣ ਕੇ ਕਿਉਂ ਉਹਨਾਂ ਦੀ ਸੁਰੱਖਿਆ ਕੀਤੀ ਗਈ? ਕਿਉਂ HKL ਭਗਤ ਦੇ ਖਿਲਾਫ ਕੇਸ ਨਹੀਂ ਰਜਿਸਟਰਡ ਹੋਇਆ? ਨਹੀਂ, ਇਹ ਗੱਲ ਜਿਆਦਾ ਨਹੀਂ ਹੋਇਆ। ਨਹੀਂ, ਇੱਕ ਗੱਲ ਤੁਸੀਂ ਇੱਕ ਗੱਲ ਦੱਸੋ। ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਇੰਨੇ ਸਾਰੇ ਜਿਹੜੇ ਲੀਡਰ ਨੇ, ਚਲੋ ਮੈਂ ਇਹ ਕਹਿੰਦਾ ਕਿ ਉਹਨਾਂ ਤੇ ਇਲਜ਼ਾਮ ਸੀ, ਘੱਟੋ ਘੱਟ ਅਸੀਂ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰ ਸਕਦੇ ਸੀ, ਜਾਂ ਪਾਰਟੀ ਚੋਂ ਬਾਹਰ ਨਾ ਕਰਦੇ ਤਾਂ ਉੱਚੇ ਅਹੁਦੇ ਤਾਂ ਨਾ ਘੱਟੋ ਘੱਟ ਦਿੰਦੇ। ਜਦੋਂ ਤੁਸੀਂ ਜੀ 2 ਗੱਲਾਂ ਹੈ, ਜਿੰਨੇ ਵੀ ਕਮਿਸ਼ਨ ਬਣੇ ਨੇ ਸਭ ਕਮਿਸ਼ਨ ਨੇ ਲੀਪਾਪੋਤੀ ਕੀਤੀ ਹੈ ਸਰਕਾਰ ਸੀ ਇਹਨਾਂ ਦੀ, ਸੈਂਟਰ ਵਿੱਚ ਸੀ। ਇਹਨਾਂ ਨੇ ਸਭ ਸਿਫਾਰਿਸ਼ ਅਗਰ ਕਿਸੇ ਨੂੰ ਸਜ਼ਾ ਹੋਣ ਦਿੱਤੀ ਹੈ ਨਹੀਂ, ਜਿਹਦੇ ਖਿਲਾਫ ਚਾਰਜਸ਼ੀਟ ਦਾਖਲ ਨਹੀਂ ਹੋਣ ਦਿੱਤੀ। ਜਿਹੜੇ 247 ਕੇਸ ਸਨ ਡਾਕਟਰ ਮਨਮੋਹਨ ਸਿੰਘ ਨੇ ਉਹ ਬੰਦ ਕਰ ਦਿੱਤੇ ਗਏ। ਸਾਡਾ ਬੀਜੇਪੀ ਨੇ ਵੀ ਬਹੁਤ ਚੰਗੀ ਕੰਮ ਗੱਲ ਨਹੀਂ ਕੀਤੀ। ਮੈਂ ਦੇਖੋ ਮੇਰੀ ਗੱਲ ਸੁਣੋ, ਮੇਰੀ ਗੱਲ ਕਰਨ ਦਿਓ ਅੱਜ ਮਨੋਹਰ ਗੱਲ, ਅਸੀਂ ਬੜੇ ਪੀਤੇ ਆ, ਬੜੇ ਦੁਖੀ ਆ ਨਾ, ਬੀਜੇਪੀ ਦੇ ਬੜੇ ਤੰਗ ਆ। ਇਹਨਾਂ ਨੇ ਸਾਨੂੰ ਕਿਹਾ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਅਸੀਂ SIT ਬਣਾਵਾਂਗੇ, 6 ਮਹੀਨੇ ਅੰਦਰ ਫਸਟ ਡੇ ਕੋਟਾ ਬਣਾਵਾਂਗੇ, ਅਸੀਂ 247 ਕੇਸ ਖੋਲਾਂਗੇ, ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ 5-4 ਜਿਹੜੇ ਜਿਨ੍ਹਾਂ ਦੇ ਖਿਲਾਫ ਸਾਡੇ ਕੋਲ ਸਬੂਤ ਨੇ ਅਸੀਂ ਇਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ, ਪੜਤਾਲਾਂ ਕਰਾਂਗੇ। ਅੱਜ 3.5 ਸਾਲ ਹੋ ਗਏ, ਦੱਸੋ ਕੀ ਕੀਤਾ ਬੀਜੇਪੀ ਨੇ? ਇਹ ਪ੍ਰਾਈਮ ਮਿਨਿਸਟਰ ਨੂੰ ਚਾਹੀਦਾ, ਗ੍ਰਹਿ ਮੰਤਰੀ ਜੀ ਨੂੰ ਚਾਹੀਦਾ, ਦੰਗੇ ਸਾਰੇ ਹਿੰਦੁਸਤਾਨ ਵਿੱਚ ਹੋਣੇ, ਕਮ ਸੇ ਕਮ ਸਾਡੀ ਭਾਈਵਾਲ ਸਰਕਾਰ ਹੈ, ਉਹਨਾਂ ਨੂੰ ਚਾਹੀਦੀ ਸੀ ਕਿ ਤੁਸੀਂ ਸਜ਼ਾਵਾਂ ਦਿਓ ਇਹਨਾਂ ਨੂੰ, ਤੁਸੀਂ ਵੀ ਸਾਡੀ ਗੱਲ ਤਾਂ ਸੁਣੋ, ਤੁਸੀਂ ਵੀ ਟਾਈਮ ਨਾਲ ਨਾ ਪਾਸ ਕਰੋ। ਉਹ ਜਿਨ੍ਹਾਂ ਨੇ 33 ਸਾਲ ਪਾਸ ਕਰਦੇ, ਜੋਸ਼ੀ ਸਾਹਿਬ ਬੜਾ ਵੱਡਾ ਨਾਰਾ ਦਿੱਤਾ ਗਿਆ ਸੀਗਾ ਜਦੋਂ ਵੋਟਾਂ ਲੈਣ ਦੀ ਗੱਲ ਕੀਤੀ ਗਈ ਸੀ ਕਿ ਸਭ ਤੋਂ ਪਹਿਲਾਂ ਇਨਸਾਫ ਹੋਏਗਾ, ਬਾਕੀ ਕੰਮ ਬਾਅਦ ਦੇ ਵਿੱਚ। 3.5 ਸਾਲ ਨਿਕਲ ਗਏ ਨੇ, ਇਨਸਾਫ ਦੀ ਕਿਰਨ ਵੀ ਇਹਨਾਂ ਨੂੰ ਨਜ਼ਰ ਨਹੀਂ ਆ ਰਹੀ। ਦੇਖੋ, ਇਹਨੂੰ ਗੱਲ ਨੂੰ ਵੋਟਾਂ ਨਾਲ ਨਾ ਜੋੜੋ, ਔਰ ਇਹ ਇੱਕ ਉਹ ਜਿਹੀ ਦੁਖਦਾਈ ਘਟਨਾ ਹੈ ਜਿਹੜੀ ਭਾਰਤ ਦੇ ਇਤਿਹਾਸ 'ਚ ਹਮੇਸ਼ਾ ਹੀ ਭਾਰਤ ਨੂੰ ਜਿਹੜਾ ਹੈ, ਭਾਰਤ ਦੇ ਲੋਕਾਂ ਦੀ ਰੂਹ ਨੂੰ ਹਿਲਾਉਂਦੀ ਰਹੇਗੀ। ਮੈਂ ਇਸ ਕਰਕੇ ਕਹਿੰਦਾ ਵੋਟਾਂ ਨਾਲ ਨਾ ਜੋੜੋ। ਜਿਸ ਦਿਨ ਇਹ ਸਾਰਾ ਕਤਲੇਆਮ ਸ਼ੁਰੂ ਹੋਇਆ, ਇਹ ਔਨ ਰਿਕਾਰਡ ਹੈ ਕਿ ਅਟਲ ਬਿਹਾਰੀ ਵਾਜਪਾਈ ਜੀ ਦੀ ਕੋਠੀ ਦੇ ਬਾਹਰ ਕੁਝ ਲੋਕ ਆ ਕੇ ਉੱਥੇ ਕਿ ਸਿੱਖ ਭਾਈਆਂ ਦੀ ਆਪਣੀ ਟੈਕਸੀ ਸਟੈਂਡ ਸੀਗਾ, ਉਹ 'ਤੇ ਅਟੈਕ ਕਰਨ ਲੱਗੇ। ਅਟਲ ਬਿਹਾਰੀ ਵਾਜਪਾਈ ਜੀ ਨੰਗੇ ਪਾँव ਬਾਹਰ ਨੱਠੇ, ਸ਼ਾਇਦ ਵਾਜਪਾਈ ਜੀ ਦੀ ਪਰਸਨੈਲਿਟੀ ਦੇਖ ਕੇ ਉਹ ਲੋਕ ਉੱਥੋਂ ਨੱਠ ਗਏ। ਇੱਕ ਦੂਸਰਾ, ਵਾਜਪਾਈ ਜੀ ਨੇ ਅਡਵਾਨੀ ਜੀ ਨੇ ਮਿਲ ਕੇ ਨਰਸਿਮਹਾ ਰਾਓ ਨਾਲ ਮੀਟਿੰਗ ਕੀਤੀ ਔਰ ਉਹਨੂੰ ਕਿਹਾ ਕਿ ਆਰਮੀ ਬੁਲਾਉਣੀ ਚਾਹੀਦੀ ਹੈ, ਔਰ ਉਹ ਜਿਹੜਾ ਸੀਗਾ ਨਾਨ ਕਮਿਟਲ ਸੀਗਾ, ਇਹ ਵੀ ਔਨ ਰਿਕਾਰਡ ਹੈ। ਇੰਨਾ ਹੀ ਨਹੀਂ ਹੈ, ਫਿਰ ਇਹਨਾਂ ਨੇ ਆਪਣੇ ਜਿਹੜੀ ਮੀਟਿੰਗ ਕੀਤੀ ਔਰ ਆਪਣੇ ਕੈਡਰਸ ਨੂੰ ਕਿਹਾ ਕਿ ਕੈਡਰਸ ਨੂੰ ਮੈਸੇਜ ਲਗਾਓ ਕਿ ਜਿਹੜਾ ਜਿੰਨਾ ਹੋ ਸਕੇ ਫੀਲਡ 'ਚ ਘੁੰਮ ਕੇ ਸਿੱਖ ਭਰਾਵਾਂ ਦੀ ਰੱਖਿਆ ਕਰਨ। ਇਹ ਸਭ ਤਾਂ ਅਸੀਂ ਇਨਸਾਫ ਤੋਂ ਆਲਰੇਡੀ ਤੁਸੀਂ ਕੀ ਕੀਤਾ, ਤੁਹਾਡੀ ਪਾਰਟੀ ਨੇ ਕੀਤਾ ਕੀ ਹੈ? ਵੀਰ ਜੀ, ਮੈਂ ਸਾਰੀ ਗੱਲਾਂ ਤੇ ਆ ਰਿਹਾ। ਮੇਰਾ ਭਾਵ ਇਹ ਹੈ ਕਿ ਵੀ ਜੇ ਤੁਸੀਂ ਅੱਗੇ ਦੀ ਗੱਲ ਨੂੰ ਕੁਐਸਚਨ ਕੀਤਾ ਨਾ, ਤੇ ਅਸੀਂ ਤਾਂ ਤਦ ਹੀ ਸ਼ੁਰੂ ਹੋ ਗਏ ਸੀਗੇ ਜਦ ਹੋ ਰਿਹਾ ਸੀਗਾ, ਅਸੀਂ ਤਦ ਹੀ ਐਕਟਿਵ ਹੋ ਗਏ ਸੀਗੇ। ਇਹ ਨਹੀਂ ਹੈ ਕਿ ਕੋਈ ਉਹ ਹੈ, ਔਰ ਜਿਹੜਾ ਇਹ ਸਾਡਾ ਰਿਸ਼ਤਾ ਹੈ, ਇਹਨੂੰ ਰਿਸ਼ਤੇ ਨੂੰ ਕਿਤੇ ਨੇ ਪੋਲੀਟੀਕਲ ਰਿਸ਼ਤਾ ਨਹੀਂ ਹੈ। ਦੂਸਰਾ, ਤੁਸੀਂ ਨੋਟ ਕਰੋ ਇਸ ਪੂਰੇ ਜਿਹੜਾ ਪ੍ਰੋਸੈਸ ਹੋਇਆ, ਇਸ ਪ੍ਰੋਸੈਸ ਦੇ ਅੰਦਰ ਜੇ ਇਹਦੇ ਅੰਦਰ ਕੋਈ ਜਸਟਿਸ ਦੇ ਮਾਈਲਸਟੋਨ ਹੈ ਵੀ ਕੋਈ ਅੱਗੇ ਵਧੀ, ਉਹ ਜਾਂ ਤਾਂ ਵਾਜਪਾਈ ਦੀ ਗਵਰਨਮੈਂਟ 'ਚ ਹੈ ਜਾਂ ਮੋਦੀ ਜੀ ਦੀ ਗਵਰਨਮੈਂਟ 'ਚ ਹੈ। ਇਹ ਦੱਸੋ, ਨਾਨਾਵਟੀ ਕਮਿਸ਼ਨ ਕਿਹਨੇ ਬਣਾਇਆ, ਕਿਹਨੇ ਜਿਹੜਾ ਜਗਦੀਸ਼ ਟਾਈਟਲਰ ਨੂੰ ਉਹ ਕਰਾਇਆ, ਠੀਕ ਹੈ, ਔਰ ਕਿਹਨੇ 700 ਕਰੋੜ ਦੀ ਰਿਲੀਫ ਦੀ ਕੀਤਾ। ਦੇਖੋ, ਕਮਿਸ਼ਨ ਮੇਰੀ ਗੱਲ ਸੁਣੋ, ਕਮਿਸ਼ਨ ਜਿੰਨੇ ਮਰਜ਼ੀ ਬਣ ਜਾਣ, ਜਦ ਤੱਕ ਇਨਸਾਫ ਨਹੀਂ ਮਿਲੇ ਉਹਨਾਂ ਕਮਿਸ਼ਨਾਂ ਦਾ ਕੋਈ ਫਾਇਦਾ ਨਹੀਂ। ਮੈਨੂੰ ਛੋਟਾ ਜਿਹਾ ਇੱਕ ਬ੍ਰੇਕ ਲੈਣਾ ਪਏਗਾ, ਮੈਂ ਛੋਟਾ ਬ੍ਰੇਕ ਲੈਣਾ, ਮੈਂ ਤੁਹਾਡੇ ਤੋਂ ਸ਼ੁਰੂਆਤ ਕਰਾਂਗਾ, ਵਾਪਸ ਤੁਹਾਡੇ ਕੋਲ ਹੀ ਆਣਾ, ਇੱਕ ਛੋਟਾ ਜਿਹਾ ਬ੍ਰੇਕ ਲੈ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਇਨਸਾਫ ਦੀ ਦਰਕਾਰ ਹਲੇ ਵੀ ਨਹੀਂ, ਇਹਨਾਂ ਨੂੰ ਇਨਸਾਫ ਮਿਲਿਆ, ਜ਼ਖਮ ਹਲੇ ਵੀ ਅੱਲੇ ਨੇ। ਵਿਨੀਤ ਜੀ, ਸਵਾਲ
ਸੁਰਜੀਤ ਸਿੰਘ ਹੋਰਾਂ ਨੇ ਵੀ ਚੁੱਕਿਆ ਸੀ, ਗੁਰਦੀਪ ਕੌਰ ਨੇ ਵੀ ਚੁੱਕਿਆ ਸੀਗਾ ਕਿ ਸਾਨੂੰ ਬੜੀ ਉਮੀਦ ਤੇ ਆਸ ਸੀਗੀ ਕਿ ਮੋਦੀ ਸਰਕਾਰ ਜੇ ਬਣਦੀ ਹੈ ਤਾਂ ਸਾਨੂੰ ਇਨਸਾਫ ਮਿਲੇਗਾ, ਪਰ ਉਹਨਾਂ ਦੀ ਉਮੀਦਾਂ ਤੇ ਪੂਰੀ ਤਰ੍ਹਾਂ ਖਰੀ ਨਹੀਂ ਉਤਰ ਪਾਈ ਬੀਜੇਪੀ ਦੀ। ਦੇਖੋ ਮੇਰੀ ਬੇਨਤੀ ਹੈ ਕਿ ਵੀ ਜਦ ਖੁਰਾਣਾ ਜੀ ਮੁੱਖ ਮੰਤਰੀ ਬਣੇ ਤਦ ਪ੍ਰੋਸੈਸ ਸ਼ੁਰੂ ਹੋਇਆ ਰਿਲੀਫ ਔਰ ਇਨਕੁਆਇਰੀ ਦਾ। ਜਦ ਵਾਜਪਾਈ ਜੀ ਦੀ ਗਵਰਨਮੈਂਟ ਬਣੀ, ਨਾਨਾਵਟੀ ਕਮਿਸ਼ਨ ਬੈਠਾ, ਉਹਨੇ ਜਿਹੜਾ ਟਾਈਟਲ ਵਗੈਰਾ ਸਾਰਿਆਂ ਨੂੰ ਦੋਸ਼ੀ ਕਰਾਰ ਕਰਾਇਆ। ਉਸ ਤੋਂ ਬਾਅਦ ਹੁਣ ਮੋਦੀ ਜੀ ਆਏ, ਹੋਇਆ ਕਿਆ ਹੈ ਕਿ ਜੋ ਖੁਰਾਣਾ ਜੀ ਨੇ ਕੰਮ ਕੀਤਾ ਉਹ ਸ਼ੀਲਾ ਦੀਕਸ਼ਤ ਜੀ ਨੇ ਰੋਕਤਾ, ਜੋ ਵਾਜਪਾਈ ਜੀ ਨੇ ਕੰਮ ਕੀਤਾ ਉਹ ਆ ਕੇ ਮਨਮੋਹਨ ਸਿੰਘ ਗਵਰਨਮੈਂਟ ਨੇ ਕਿਤੇ ਨਾ ਕਿਤੇ ਆ ਕੇ ਉਹਨੂੰ ਅਨਡਨ ਕੀਤਾ। ਹੁਣ ਤਾਂ ਮੋਦੀ ਜੀ ਨੇ ਆਪ ਸਾਰੇ ਕੇਸਿਸ ਵੀ ਓਪਨ ਕਰਵਾਏ ਨੇ। ਰਿਲੀਫ ਜਿਹੜਾ 200 ਕਰੋੜ ਰੁਪਇਆ 167 ਕਰੋੜ ਰੁਪਇਆ ਦੁਬਾਰਾ ਰੀਇੰਬਰਸ ਫੈਮਿਲੀਜ਼ ਨੂੰ ਆਇਡੈਂਟੀਫਾਈ ਕਰਕੇ ਕਰਨ ਦੀ ਗੱਲ ਕੀਤੀ ਹੈ। ਦੇਖੋ ਗੱਲ ਇਸ 'ਚ ਕੀ ਹੈ, ਸਾਡੀ ਨੀਅਤ 'ਚ ਕੋਈ ਖੋਟ ਨਹੀਂ ਹੈ। ਮੈਂ ਤਾਂ ਕਾਰਨ ਦੱਸਦਾ, ਜਿਹੜਾ ਰੂਰਲ ਹੁੰਦਾ ਉਹਦਾ ਕੰਮ ਹੁੰਦਾ ਸ਼ਾਸਨ ਕਰਨਾ। ਗੁਜਰਾਤ ਦੇ ਅੰਦਰ ਦੰਗੇ ਹੋਏ, ਗੁਜਰਾਤ ਦੇ ਉੱਪਰ ਸਾਡੇ ਉੱਪਰ ਐਲੀਗੇਸ਼ਨ ਲੱਗੇ, 7 ਜ਼ਿਲ੍ਹਿਆਂ ਦੰਗੇ ਹੋਏ, ਔਰ ਜਦ ਦੰਗੇ ਦੇ ਦੌਰਾਨ ਦੰਗਾ ਕੰਟਰੋਲ ਕਰਨ ਵਾਸਤੇ ਪੁਲਿਸ ਨੇ ਜਦ ਫਾਇਰਿੰਗ ਕੀਤੀ 175 ਲੋਕ ਮਰੇ, ਠੀਕ ਹੈ, ਕੇਸ ਰਜਿਸਟਰ ਹੋਏ। ਸਾਡੀ ਮੰਤਰੀ ਜਿਹੜੀ ਹੈ ਉਹਨੂੰ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਹੋਈ, ਕਈਆਂ ਨੂੰ ਹੋਰ ਸਜ਼ਾ ਹੋਈ। ਭਾਵੇਂ ਹੈ ਕਿ ਜਸਟਿਸ ਦਾ ਜਸਟਿਸ ਹੁੰਦਾ ਹੈ ਔਰ ਰੂਲਰ ਰੂਲਰ ਹੁੰਦਾ ਹੈ, ਪਰ ਜਦ ਬੰਦਾ ਪ੍ਰਾइम मिनिस्टर 100 ਚੱਕਦੇ ਸਾਰ ਕਵੇ ਕਿ ਜਬ ਬੜਾ ਪੇੜ ਗਿਰਤਾ ਹੈ ਧਰਤੀ ਹਿਲਤੀ ਹੈ, ਤੇ ਫਿਰ ਇਹ ਸਭ ਚੀਜ਼ਾਂ ਤਾਂ ਹੁੰਦੀਆਂ ਹੀ ਹੈ। ਇਹ ਜਿਹੜਾ ਹੈਗਾ, ਜਿਵੇਂ ਮੈਨੂੰ ਪਹਿਲੇ ਇਹਨਾਂ ਨੇ ਕਿਹਾ ਕਿ ਸਿਸਟਮੈਟਿਕ ਤਰੀਕੇ ਨਾਲ ਇਨੀਸ਼ੀਅਲ ਡੇਜ਼ 'ਚ ਜਿਹੜੇ ਇਹਨਾਂ ਨੇ ਐਵੀਡੈਂਸਿਸ ਨੂੰ ਅਰੇਜ਼ ਕਰਕੇ ਜਿਹੜਾ ਡਿਸਟਰੋਏ ਕਰਕੇ ਜਿਹੜਾ ਕੀਤਾ ਨਾ, ਇਹ ਉਹਦਾ ਆਊਟਕਮ ਹੈ। ਲੇਕਿਨ ਸਾਡੇ ਵਾਸਤੇ ਜਿੰਨਾ ਬੈਸਟ ਪੋਸੀਬਲ ਹੈ ਹੋ ਸਕੇਗਾ, ਔਰ ਕਦੀ ਵੀ ਹਿਸਟਰੀ ਹੈਗੀ ਤੇ ਜਿਹੜੇ ਬੈਸਟ ਮਾਈਲਸਟੋਨ ਆਏ ਹੈ ਕਿ ਜਿਹੜੇ ਕਦਮ ਅੱਗੇ ਵਧੇ ਨੇ ਜਸਟਿਸ ਵੱਲ, ਉਹ ਵਾਜਪਾਈ ਗਵਰਨਮੈਂਟ ਜਾਂ ਮੋਦੀ ਜੀ ਦੀ ਗਵਰਨਮੈਂਟ ਜਾਂ ਸਕਸੈਸਿਵ ਸਾਡੀ ਗਵਰਨਮੈਂਟ। ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਜੋਸ਼ੀ ਜੀ, ਪਰ ਗੱਲ ਇਨਸਾਫ ਦੀ ਹੈ। ਜਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਇਨਸਾਫ ਹੀ ਹਾਲੇ ਤੱਕ ਨਹੀਂ ਮਿਲਿਆ, ਕਿਸੇ ਇੱਕ ਨੂੰ ਸਜ਼ਾ ਨਹੀਂ ਹੋਈ, ਫਿਰ ਇਹ ਜਿੰਨੇ ਮਰਜ਼ੀ ਕਮਿਸ਼ਨ ਤੁਸੀਂ ਬਣਾਈ ਜਾਓ, ਜਿੰਨੇ ਮਰਜ਼ੀ ਤੁਸੀਂ ਰਾਹਤ ਵਾਲੀਆਂ ਗੱਲਾਂ ਕਰਦੇ ਰਹੋ, ਤੁਸੀਂ ਗਰਾਊਂਡ ਤੇ ਉਹਨਾਂ ਨੂੰ ਕੁਝ ਦਿੱਤਾ ਕੀ ਹੈ? ਸਵਾਲ ਤਾਂ ਉੱਥੇ ਖੜਾ ਹੁੰਦਾ ਨਾ ਜਾ ਕੇ। ਇਹ ਗੱਲ ਇਹ ਹੈ ਕਿ ਜਿਹੜੀ ਨਾ ਗਵਰਨਮੈਂਟ ਦੀ ਬੇਈਮਾਨੀ ਜਿਹੜੀ ਹੈ ਨਾ ਹਮੇਸ਼ਾ ਤੰਗ ਕਰਦੀ ਹੈ। ਉਸ ਵਕਤ ਦੀ ਜਿਹੜੀ ਗਵਰਨਮੈਂਟ ਸੀਗੀ ਰਾਜੀਵ ਗਾਂਧੀ ਜੀ ਦੀ ਗਵਰਨਮੈਂਟ, ਉਹਦੀ ਬੇਈਮਾਨੀ ਸੀ, ਉਹਨਾਂ ਨੇ ਸਭ ਚੀਜ਼ਾਂ ਇਰੇਜ਼ ਕਰਤੀਆਂ। ਸੱਚ ਮੇਰੀ ਗੱਲ ਕਰੋ, ਹੁਣ ਮੋਦੀ ਗਵਰਨਮੈਂਟ ਦੀ ਬੇਈਮਾਨੀ ਨਹੀਂ ਸੀ ਤੇ ਉੱਤੇ ਆਪਣੇ ਮੰਤਰੀ ਨੂੰ ਵੀ ਸਜ਼ਾ ਹੋ ਗਈ। ਗੱਲ ਇਹ ਹੈ ਕਿ ਬੇਈਮਾਨੀ ਨਹੀਂ ਸੀ ਨਾ ਜੀ, ਇੱਥੇ ਬੇਈਮਾਨੀ ਸੀਗੀ। ਹੁਣ ਸਕਸੈਸਿਵ ਅਸੀਂ ਉਹ ਜਿਹੜਾ ਕੰਮ ਖਰਾਬ ਕਰ ਚੁੱਕੇ ਸੀਗੇ ਉਹਨੂੰ ਲੱਭਣ ਦਾ, ਠੀਕ ਕਰਨ ਦਾ ਸਕਸੈਸਫੁਲੀ ਕੀਤਾ। ਹੁਣ ਤਾਂ ਮੈਟਰ ਕੋਰਟਸ ਵੀ ਚੱਲ ਰਹੇ ਨੇ, ਸੀਬੀਆਈ ਇਨਕੁਆਇਰੀ ਕੋਲ ਵੀ ਰੈਫਰਡ ਹੈ। ਹੁਣ ਮੈਕਸਿਮਮ ਜਿੰਨਾ ਜਸਟਿਸ ਹੋ ਪਾਏ ਉਹਨਾਂ ਮੈਕਸਿਮਮ ਇਹ ਗਵਰਨਮੈਂਟ ਕਰਦੀ ਦਿਖਦੀ ਹੈ। ਇੱਕ ਮਿੰਟ ਗੁਰਦੀਪ ਕੌਰ ਜੀ, ਉਮੀਦ ਹੈ ਤੁਹਾਨੂੰ ਜੋ ਗੱਲਾਂ ਜੋਸ਼ੀ ਸਾਹਿਬ ਨੇ ਕਹੀਆਂ ਨੇ ਕਿ ਐਕਟਿਵ ਹੈ ਉਹਨਾਂ ਦੀ ਸਰਕਾਰ, SIT ਦਾ ਗਠਨ ਵੀ ਕਰਨ ਦੀ ਗੱਲ ਕੀਤੀ ਹੈ, ਕੇਸ ਕੁਝ ਰੀਓਪਨ ਵੀ ਕੀਤੇ ਗਏ ਨੇ ਔਰ ਕੁਝ ਮਾਲੀਆ ਮਦਦ ਵੀ ਹੋਈ ਹੈ ਕੁਝ ਪੀੜਤਾਂ ਦੀ, ਔਰ ਇਹਨਾਂ ਦੀ ਸਰਕਾਰ ਕੰਮ ਕਰ ਰਹੀ ਹੈ। ਜਿਹੜੀ ਮਾਲੀ ਮਦਦ ਤੇ ਕਹਿੰਦੇ ਹੈਗੇ ਉਹ ਜਿਹੜੀਆਂ ਉੱਥੋਂ ਦੀਆਂ ਵਿਡੋ ਸਨ, ਉਹਨਾਂ ਕੁਝ ਵਿਡੋ ਨੂੰ ਜਿਹੜੇ ਹੈਗੇ ਉਹ ਪੈਸੇ ਉਸ ਟਾਈਮ ਮਿਲੇ। ਉਹਨਾਂ ਵਿੱਚੋਂ ਕੁਝ ਬੰਦੇ ਦੇਖੋ ਇੱਥੇ ਵੀ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਆ ਕੇ ਬਸੇ ਨੇ, ਉਹਨਾਂ ਨੂੰ ਕੌਣ ਪੁੱਛੂਗਾ? ਮੈਂ ਇਹਨਾਂ ਨੂੰ ਆਹ ਚੀਜ਼ ਪੁੱਛਣਾ ਚਾਹਨੀ ਆ ਕਿ ਤੁਸੀਂ ਕਹਿੰਦੇ ਹੋ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਹੈਗੀ ਆ ਰਿਲੀਫ ਦਿੱਤੀ, ਜਿਹੜੇ ਇੱਥੇ ਬੰਦੇ ਰਹਿ ਰਹੇ ਹੈਗੇ ਉਹਨਾਂ ਨੂੰ ਕੌਣ ਪੁੱਛੂਗਾ? ਉਹ ਵੀ ਉਜੜ ਕੇ ਆਏ, ਲੁਟਾ ਕੇ ਆਏ, ਮਰ ਕੇ ਆਏ, ਇੱਕ ਇੱਕ ਘਰ ਦੇ 7-7 ਜੀ ਮਾਰੇ ਗਏ। ਇੱਕ ਮੌਤ ਹੁੰਦੀ ਆ, ਬੰਦਾ ਵਿਰਲਾਪ ਨਾਲ ਮਰ ਜਾਂਦਾ ਹੈਗਾ। ਸਾਡੇ ਘਰਾਂ ਵਿੱਚ 7-7 ਮੌਤਾਂ ਹੋਈਆਂ। ਔਰ ਜਦੋਂ ਕਾਂਗਰਸ ਸਰਕਾਰ ਸੀ ਤੇ ਸਾਨੂੰ ਇਨਸਾਫ ਨਹੀਂ ਮਿਲਿਆ, ਉਦੋਂ ਸਾਨੂੰ ਇੰਨਾ ਦੁੱਖ ਨਹੀਂ ਸੀ ਲੱਗਦਾ। ਸਾਨੂੰ ਕਿਉਂ ਨਹੀਂ ਸੀ ਦੁੱਖ ਲੱਗਦਾ? ਜਿਨ੍ਹਾਂ ਮਰਵਾਇਆ ਉਹ ਸਾਨੂੰ ਇਨਸਾਫ ਦੇ ਹੀ ਨਹੀਂ ਸਕਦੇ। ਅਗਰ ਉਹ ਉਹਨਾਂ ਦੀ ਪੈਰਵਾਈ ਨਾ ਕਰਨ, ਜਗਦੀਸ਼ ਟਾਈਟਲ ਦੀ, ਸੱਜਣ ਕੁਮਾਰ ਦੀ, HKL ਭਗਤ ਦੀ ਜਾਂ ਅਜੇ ਮਾਕਨ ਦੀ, ਤੇ ਉਹ ਰਾਜੀਵ ਗਾਂਧੀ ਕਿਵੇਂ ਬਚਦਾ ਹੈਗਾ? ਮੈਨੂੰ ਇੰਨੀ ਚੀਜ਼ ਦੱਸੋ ਭਈ। ਉਹ ਆਪਣੇ ਆਪ ਨੂੰ ਬਚਾਉਣ ਵਾਸਤੇ, ਸੋਨੀਆ ਗਾਂਧੀ, ਕਾਂਗਰਸ ਪਾਰਟੀ ਆਪਣੇ ਆਪ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਬਚਾਉਂਦੀ ਰਹੀ ਆ ਕਿ ਜਦੋਂ ਇਹ ਫੜੇ ਜਾਣਗੇ, ਇਹਨਾਂ ਦਾ ਮੂੰਹ ਖੁੱਲੇਗਾ ਤੇ ਇਹ ਖੁਲਾਸਾ ਹੋਏਗਾ, ਰਾਜੀਵ ਗਾਂਧੀ ਦਾ ਨਾਮ ਸਭ ਤੋਂ ਉੱਪਰ ਆਏਗਾ। ਸਾਡਾ ਅਸਲ ਵਿੱਚ ਸਭ ਤੋਂ ਵੱਡਾ ਕਾਤਲ ਜਿਹੜਾ ਉਹ ਰਾਜੀਵ ਗਾਂਧੀ ਹੈਗਾ। ਔਰ ਜਿਹੜੀ ਹੁਣ ਮੁੜ ਵਸੇਵੇ ਦੀ ਗੱਲ ਹੈਗੀ ਆ, ਇਹ ਜਿਹੜੀ ਤੁਸੀਂ ਉੱਥੇ ਦਿੱਲੀ ਦੇ ਵਿੱਚ ਅਗਰ ਸ਼ੁਰੂ ਕੀਤੀ, ਇਹ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਚਾਹੀਦਾ ਸੀ। ਦੇਖੋ ਜਦੋਂ ਪ੍ਰਧਾਨ ਮੰਤਰੀ ਸਾਹਿਬ ਦੀਆਂ ਵੋਟਾਂ ਸਨ, ਅਸੀਂ ਲੋਕ ਰੋਜ਼ ਨੰਗੇ ਪੈਰੀ ਗੁਰਦੁਆਰਿਆਂ ਵਿੱਚ ਜਾਂਦੇ ਸਾਂ, ਅਰਦਾਸਾਂ ਕਰਦੇ ਸਾਂ ਇਹ ਪ੍ਰਧਾਨ ਮੰਤਰੀ ਬਣ ਜਾਵਣ ਤੇ ਇਹ ਸਾਨੂੰ ਜਿਹੜੀ ਹੈਗੀ ਆ ਉਮੀਦ ਹੈਗੀ ਆ ਸਾਨੂੰ ਇਨਸਾਫ ਮਿਲੇਗਾ। ਪਰ ਉਹ ਚੀਜ਼ ਪੂਰੀ ਨਹੀਂ ਹੋਈ। ਦੇਖੋ ਮੈਨੂੰ ਮਾਫ ਕਰਿਓ, ਮੈਂ ਇਹ ਚੀਜ਼ ਖੁੱਲ ਕੇ ਕਵਾਂਗੀ ਕਿ ਮੈਂ ਉਹਨਾਂ ਲੋਕਾਂ ਦੀ ਰਹਿਨਮਾਈ ਕਰ ਰਹੀ ਹਾਂ। ਮੈਂ ਵੀ ਉਹ ਹੈਗੀ ਆ, ਮੇਰੇ ਘਰ ਦੇ ਮੇਰੇ ਸਕੇ 2 ਦਿਓਰ ਮਰੇ ਦਿਨ, ਮੇਰਾ ਘਰ ਵਾਲਾ 25 ਸਾਲਾਂ ਤੋਂ 30 ਸਾਲਾਂ ਤੋਂ ਚੀਮਾ ਸਾਹਿਬ ਨੂੰ ਪਤਾ ਬੈੱਡ ਤੇ ਹੈਗੇ। ਸਾਡੇ ਕੀ ਉਹ 30-35 ਸਾਲ ਇਹ ਵੀਰ ਜੀ ਹੋਰਾਂ ਨੇ ਕਿਹਾ ਕਾਂਗਰਸ ਦੇ ਜਿਹੜੇ ਬੈਠੇ ਹੋਏ ਆ ਕਿ ਇਹ ਮਤਲਬ
ਹੋ ਗਿਆ। ਇਹ ਹੋਇਆ ਨਹੀਂ ਆ, ਇਹ ਤੁਹਾਡੀ ਪਲੈਨਿੰਗ ਸੀਗੀ। ਮਾਫ ਕਰਿਓ ਮੈਨੂੰ, ਇਹ ਪੂਰੇ ਕਾਂਗਰਸੀਆਂ ਦਾ ਹੱਥ ਸੀਗਾ। ਜੇ ਤੁਹਾਡੇ ਵਿੱਚ ਜਰਾ ਜੀ ਵੀ ਸੱਚਾਈ ਹੁੰਦੀ ਸਾਡੇ ਪੰਜਾਬ ਦੇ ਕਾਂਗਰਸੀਆਂ ਦੇ ਵਿੱਚ, ਉਹ ਕਹਿੰਦੇ ਇਹਨਾਂ ਨੂੰ ਜਾਂ ਤੇ ਪਾਰਟੀ ਚੋਂ ਬਾਹਰ ਕਰੋ, ਨਹੀਂ ਤੇ ਅਸੀਂ ਅਸਤੀਫੇ ਦਿੰਨੇ ਆ ਪਾਰਟੀਆਂ ਤੋਂ। ਪਰ ਉਹ ਚੀਜ਼ ਨਹੀਂ ਹੋਈ। ਛੋਟੇ ਛੋਟੇ ਸਾਡੇ ਬੱਚੇ, ਦੋ ਦਿਨਾਂ ਦੇ ਬੱਚਿਆਂ ਨੂੰ ਚੁੱਕ ਕੇ ਤੰਦੂਰਾਂ ਵੀ ਸੁੱਟ ਦਿੱਤਾ ਗਿਆ, ਤੇਲ ਦੀਆਂ ਕੜਾਈਆਂ ਵੀ ਤਲ ਦਿੱਤਾ ਗਿਆ ਕਿ ਇਹ ਸਭ ਤੇ ਬੱਚੇ ਉੱਠ ਕੇ ਸਭ ਦੀ ਤਰ੍ਹਾਂ ਸਾਨੂੰ ਦੱਸਣਗੇ। ਉਹਨਾਂ ਬੱਚਿਆਂ ਦਾ ਕੀ ਕਸੂਰ ਸੀ? ਚਲੋ ਸਾਡਾ ਤੇ ਇਹ ਕਸੂਰ ਸੀ, ਇੱਕ ਸਰਦਾਰ ਨੇ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਸੀ। ਪਰ ਕੋਈ ਇਹ ਪੁੱਛੇ ਇੰਦਰਾ ਗਾਂਧੀ ਕਿਉਂ ਮਰੀ? ਇੰਦਰਾ ਗਾਂਧੀ ਨੇ ਹਜ਼ਾਰਾਂ ਨਿਰਦੋਸ਼ਾਂ ਦਾ ਕਤਲੇਆਮ ਕਰਵਾਇਆ ਦਰਬਾਰ ਸਾਹਿਬ। ਇੱਕ ਸੰਧੂ ਸਾਹਿਬ, ਮੈਂ ਇੱਕ ਗੱਲ, ਸੰਧੂ ਸਾਹਿਬ ਜਿਹੜਾ ਐਲੀਗੇਸ਼ਨ ਵਾਰ-ਵਾਰ ਇਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਜਿਹੜੇ ਮੁੱਖ ਮੁਲਜ਼ਮ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਤੁਹਾਡੀ ਪਾਰਟੀ ਕਰਦੀ ਰਹੀ। ਉਹਦੇ ਪਿੱਛੇ ਵੀ ਮਨਸ਼ਾ ਇਹ ਸੀ ਕਿ ਜੇ ਇਹ ਫੜੇ ਜਾਂਦੇ ਨੇ ਤੇ ਇਹ ਨਾਮ ਉਹਨਾਂ ਲੋਕਾਂ ਦਾ ਉਗਲ ਦੇਣਗੇ ਜਿਹੜੇ ਕਿੰਗ ਪਿਨ ਸੀਗੇ ਪੂਰੀ ਪਲੈਨਿੰਗ ਦੇ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ, ਇਹਦੇ 'ਚ ਦੋ ਪਹਿਲੂ ਹੈ। ਇੱਕ ਪਹਿਲੂ ਤਾਂ ਹੈ ਜਿਹੜੇ ਇਹ ਪੀੜਤ ਬੈਠੇ ਹੈ ਜਾਂ ਇਹਨਾਂ ਵਰਗੇ ਪੀੜਤ ਹੈ, ਇਹਨਾਂ ਦਾ ਜਿਹੜਾ ਦੁੱਖ ਦਰਦ ਹੈ ਉਹ ਬਿਲਕੁਲ ਜਾਇਜ਼ ਹੈ। ਇਹਨਾਂ ਦੇ ਲਾਏ ਐਲੀਗੇਸ਼ਨ ਵੀ ਜਾਇਜ਼ ਹੈ, ਮੈਂ ਇਹਨਾਂ ਨੂੰ ਸਵੀਕਾਰ ਕਰਦਾ, ਤਾਂ ਹੀ ਪ੍ਰਾਈਮ ਮਿਨਿਸਟਰ ਨੇ ਮਾਫੀ ਮੰਗੀ। ਇੱਕ ਹੈ ਕਿ 33 ਸਾਲ ਇਸ ਮਸਲੇ ਤੇ ਰਾਜਨੀਤੀ ਕਰਦੇ ਰਹੇ। ਉਹ ਰਾਜਨੀਤੀ ਵਾਲੇ ਅੱਜ ਲਿਆਉਣ, ਕਾਂਗਰਸ ਤਾਂ ਦੋਸ਼ੀ ਬਣ ਗਈ, ਹੁਣ ਉਹ ਰਾਜਨੀਤੀ ਵਾਲੇ ਲਾਉਣ ਵੀ ਕੀ ਦਿੱਤਾ ਹੈ? ਪਰ ਕੀ ਇਹਨਾਂ ਦੀ ਰਿਹੈਬਿਲਿਟੇਸ਼ਨ ਐਲੀਗੇਸ਼ਨ ਇਹ ਲਾਉਂਦੇ ਨੇ ਨਾ, ਤੁਸੀਂ ਸਾਰੇ ਸਬੂਤ ਖਤਮ ਕਰ ਦਿੱਤੇ, ਤੁਸੀਂ ਸਾਰਾ ਕੁਝ ਖਤਮ ਬੰਦੇ ਕਰ ਤਾਂ ਦਿੱਤਾ। ਜਿਉਂਦੇ ਆ। ਹੁਣੇ ਕਰਨ ਜੇ ਬੀਬੀ ਗੁਰਦੀਪ ਕੌਰ ਅੱਜ ਦੱਸ ਸਕਦੀ ਹੈ ਵੀ ਮੇਰੇ 2 ਦਿਓਰ ਮਾਰਤੇ, ਮੇਰਾ ਪਰਿਵਾਰ ਦਾ ਜੀ ਹੋਇਆ, ਜਰਨੈਲ ਸਿੰਘ ਦੀ ਕਿਤਾਬ ਦੱਸ ਰਹੀ ਹੈ, ਸਰਜੀਤ ਸਿੰਘ ਨਹੀਂ ਦੱਸੀ ਜਾ ਰਹੇ, ਉਹ ਲੋਕ ਤਾਂ ਜਿਉਂਦੇ ਜਿਨ੍ਹਾਂ ਦਾ ਨੁਕਸਾਨ ਹੋਇਆ, ਚਾਹੇ ਉਹ ਪੰਜਾਬ 'ਚ ਬੈਠੇ, ਚਾਹੇ ਦਿੱਲੀ ਬਕਾਰੋ ਕਾਨਪੁਰ 'ਚ ਬੈਠੇ ਆ। ਇਸ ਕਰਕੇ ਹੁਣ ਦੱਸੋ ਵੀ ਇਹ ਜਿਹੜੇ ਰਾਜਨੀਤੀ 33 ਸਾਲਾਂ ਤੋਂ ਕਰ ਰਹੇ ਆ, ਇਹਨਾਂ ਦਾ 2 ਵਾਰ ਰਾਜ ਆਇਆ, ਹੁਣ 3 ਸਾਲ, 3.5 ਸਾਲ ਤੋਂ ਤੇ ਉਦੋਂ ਪਹਿਲਾਂ ਵਾਜਪਾਈ ਸਰਕਾਰ ਦਾ, ਫਿਰ ਕਿਉਂ ਨਹੀਂ ਹੋਇਆਗਾ ਮਸਲਾ? ਚੀਮਾ ਸਾਹਿਬ ਦੇਖੋ, ਸਰਦਾਰ ਤਾਰਾ ਸਿੰਘ ਹੋਰਾਂ ਨੂੰ ਪਤਾ ਵੀ ਕਤਲ ਵੀ ਹੋ ਜਾਵੇ ਤੇ ਜੇ ਪੁਲਿਸ ਤੇ ਸਰਕਾਰ ਬਚਾਉਣਾ ਚਾਹਵੇ ਤੇ ਬੰਦੇ ਨੂੰ ਕਿੱਦਾਂ ਬਚਾਉਂਦੀ ਹੈ। ਇਹ ਤਾਂ ਫਿਰ ਵੀ 33 ਕੇਸ ਤਾਂ ਸਾਲ ਦਰਜ ਹੋਣੇ ਸੀਗੇ ਜਿਸ ਦਿਨ ਜਿਹੜੀ ਘਟਨਾ ਹੋਈ, FIR ਉਸ ਦਿਨ ਲਿਖਣੀ ਹੋਣੀ ਸੀ। ਉਸ ਤੋਂ ਬਾਅਦ ਇਨਕੁਆਇਰੀਆਂ ਕਰਾਈਆਂ, ਸਾਰੀਆਂ ਇਨਕੁਆਇਰੀਆਂ ਦੇ ਵਿੱਚ ਤੁਸੀਂ ਜਿਹੜੇ ਸਬੂਤ ਜੋ ਚਾਹੀਦੇ ਸੀ ਉਹ ਇਕੱਠੇ ਨਹੀਂ ਕੀਤੇ। ਜੇ ਕੋਈ ਸਬੂਤ ਹੈ ਵੀ ਸੀ ਤੇ ਉਹ ਤੁਸੀਂ ਨਸ਼ਟ ਕਰਾਇਆ, ਕਿਉਂਕਿ ਇਸ਼ਾਰੇ ਸਾਰੇ ਜਿਹੜੇ ਸੀ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਵੱਲ ਜਾਂਦੇ ਸੀ। ਇਹ ਜਿਹੜਾ 14 ਸਾਲ ਦਾ ਤੁਹਾਨੂੰ ਪੀਰੀਅਡ ਮਿਲਿਆ, ਕਿਉਂਕਿ ਵਾਜਪਾਈ ਸਾਹਿਬ ਦਾ ਰਾਜ ਜਾ ਕੇ 14 ਸਾਲ ਬਾਅਦ ਆਇਆ, ਉਦੋਂ ਪਹਿਲਾਂ ਜਾਂ ਤਾਂ ਕੋਲੀਸ਼ਨ ਦੀਆਂ 1-2 ਸਰਕਾਰਾਂ ਆਈਆਂ, ਜਦ ਤੁਹਾਡਾ ਰਾਜ ਰਿਹਾ। ਇਹ ਸਾਲ ਜਿਹੜਾ ਸਬੂਤ ਮਿਟਾਉਣ ਵਾਸਤੇ ਕੋਈ ਛੋਟਾ ਜਿਹਾ ਸਮਾਂ ਨਹੀਂ ਸੀ, ਬਹੁਤ ਵੱਡਾ ਸਮਾਂ ਸੀ। ਦੂਜੀ ਗੱਲ ਕਿ ਜਿਹੜਾ ਕਮਿਸ਼ਨ ਬਿਠਾਉਣਾ ਸੀ, ਉੱਥੇ ਵੀ ਤੁਹਾਡੀ ਇਮਾਨਦਾਰੀ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਜਸਟਿਸ ਰੰਗਾਨਾਥ ਕਮਿਸ਼ਨ ਨੂੰ ਜਿਹੜਾ ਉਹ ਕਮਿਸ਼ਨ ਦਾ ਉਸ ਵੇਲੇ ਚੇਅਰਮੈਨ ਬਣਾਇਆ ਗਿਆ, ਜਿਨ੍ਹਾਂ ਨੇ ਇੱਕ ਸੁਪਰੀਮ ਕੋਰਟ ਦਾ ਜੱਜ ਜਦੋਂ ਕਮਿਸ਼ਨ ਬਣਿਆ ਤੇ ਉਹ ਸਾਰੀ ਗੱਲ ਦੇ ਉੱਤੇ ਹੀ ਪਰਦਾ ਪਾ ਜਾਵੇ, ਔਰ ਉਸੇ ਕਮਿਸ਼ਨ ਨੂੰ ਹੀ ਰਿਟਾਇਰਡ ਜੱਜ ਨੂੰ ਬਾਅਦ ਚ ਤੁਸੀਂ ਰਾਜ ਸਭਾ ਦਾ ਕਾਂਗਰਸ ਦਾ ਮੈਂਬਰ ਬਣਾ ਦਿਓ, ਉਸੇ ਹੀ ਤੁਸੀਂ ਜਸਟਿਸ ਨੂੰ ਬਾਅਦ ਦੇ ਵਿੱਚ ਦੇਸ਼ ਦਾ ਹਿਊਮਨ ਰਾਈਟਸ ਕਮਿਸ਼ਨ ਦਾ ਚੇਅਰਮੈਨ ਬਣਾ ਦਿਓ, ਤੇ ਹੁਣ ਦੱਸੋ ਵੀ ਸਬੂਤ ਕੀ ਕਰਨ? ਚਲੋ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਤਾਂ ਹੈ, ਨਾਨਾਵਤੀ ਕਮਿਸ਼ਨ ਵੀ ਜਦੋਂ ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆ, ਤੁਸੀਂ ਯਾਦ ਕਰੋ ਤੁਹਾਡੀ ਸਰਕਾਰ ਨੇ ਐਕਸ਼ਨ ਟੇਕਨ ਰਿਪੋਰਟ ਜਿਹੜੀ ਦਿੱਤੀ ਸੀ, ਉਹਦੇ ਵਿੱਚ ਕਿਹਾ ਸੀ ਕਿ ਕਿਸੇ ਕਾਰਵਾਈ ਦੀ ਲੋੜ ਨਹੀਂ। ਉਦੋਂ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਦੇਸ਼ ਦਾ ਸਾਰਾ ਮੀਡੀਆ ਜਦੋਂ ਕੱਲੀ ਲਾਈਨ ਮੀਡੀਆ ਨੇ ਪੜ੍ਹ ਕੇ ਉੱਥੇ ਸੁਣਾਈ ਟੈਲੀਵਿਜ਼ਨ ਤੇ, ਕੱਲੀ ਲਾਈਨ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਉਸ ਵੇਲੇ MP ਸੀ, ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਦੋਂ ਜਾਮ ਕਰ ਦਿੱਤੀ, ਫਿਰ ਸਰਦਾਰ ਮਨਮੋਹਨ ਸਿੰਘ ਨੂੰ ਉੱਠ ਕੇ ਕਹਿਣਾ ਪਿਆ ਸੀ ਕਿ ਅਸੀਂ ਇਹ ਜਿਹੜੇ 4 ਲੀਡਰ ਆ ਜਿਨ੍ਹਾਂ ਦੇ ਨਾਮ ਨਾਨਾਵਤੀ ਕਮਿਸ਼ਨ ਨੇ ਸਿੱਧੇ ਤੌਰ ਦੇ ਉੱਤੇ ਦੋਸ਼ੀਆਂ ਦੇ ਵਿੱਚ ਸ਼ਾਮਲ ਕੀਤੇ ਸੀ, ਉਹਨਾਂ ਦੀ ਅਸੀਂ CBI ਤੋਂ ਜਾਂਚ ਕਰਾਵਾਂਗੇ। ਹਾਂਜੀ, ਪਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਤੁਹਾਡੀ ਸ਼ੀਲਾ ਦੀਕਸ਼ਿਤ ਦੀ ਗਵਰਨਮੈਂਟ ਸੀ, ਕਿੰਨੇ ਸਾਲ ਪਰਮਿਸ਼ਨ ਰੋਕੀ ਰੱਖੀ ਸੀ ਉਹਨਾਂ ਨੂੰ? ਇਹ ਵੀ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ। ਸਾਨੂੰ ਸਾਰੇ ਪੰਜਾਬ ਦੇ MLA MPਆਂ ਨੂੰ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਨੂੰ ਫਿਰ ਹਿਊਮਨ ਰਾਈਟਸ ਕਮਿਸ਼ਨ ਕੋਲੇ ਜਾਣਾ ਪਿਆ ਸੀ ਕਿ ਦਿੱਲੀ ਦੇ ਚੀਫ ਮਿਨਿਸਟਰ ਨੂੰ ਪੁੱਛੋ ਕਿ ਇਹਨੇ ਇੰਨੀ ਦੇਰ ਇਹ ਜਿਹੜੀ ਇਜਾਜ਼ਤ ਹੈ ਇਸ ਚੀਜ਼ ਦੀ ਕਿਉਂ ਨਹੀਂ ਦਿੱਤੀ। ਹਾਂਜੀ ਸੁਰਜੀਤ, ਜਿਹੜੀ ਨਾਨਾਵਟੀ ਕਮਿਸ਼ਨ ਬਣਿਆ, ਉਸ ਤੋਂ ਬਾਅਦ ਇਹਨਾਂ ਸਾਨੂੰ ਕਿਹਾ ਕਿ ਤੁਸੀਂ ਸਾਨੂੰ ਦੱਸੋ ਜਿਨ੍ਹਾਂ ਨੇ ਦੇਖਿਆ ਕਿ ਕਤਲੇਆਮ ਹੁੰਦੇ ਆ, ਸਾਨੂੰ ਦੱਸੋ ਸੱਜਣ ਕੁਮਾਰ, ਜਗਦੀਸ਼ ਸ਼ੈਟਰ ਜਿਹਨੇ ਦੇਖੇ ਨੇ ਇਹਨਾਂ ਕਤਲੇਆਮ ਕਰਵਾਉਣਾ, ਇਹਨਾਂ ਨਾਲ ਕਿੰਨੇ ਬੰਦੇ ਸਨ। ਅਸੀਂ ਲੁਧਿਆਣਾ ਦੇ ਵਿੱਚ ਤਕਰੀਬਨ 784 ਦੀਆਂ ਵਿਧਵਾਵਾਂ ਨੇ, ਅਸੀਂ ਤਕਰੀਬਨ 70 ਐਫੀਡੇਵਿਟ ਉਹਨਾਂ ਨੂੰ ਦਵਾਏ ਨਾਨਾਵਟੀ ਕਮਿਸ਼ਨ ਨੂੰ,
ਲੁਧਿਆਣੇ ਆਏ, ਉੱਥੋਂ ਦਿੱਲੀੋਂ ਸੀਬੀਆਈ ਦੇ ਅਫਸਰ ਆਏ, ਉਹ ਲੁਧਿਆਣੇ ਆ ਕੇ ਮੈਜਿਸਟ੍ਰੇਟ ਨੂੰ ਟੈਸਟ ਕਰਾ ਕੇ ਕੱਲੇ ਨੂੰ ਬੰਦੇ ਨੂੰ ਪੇਸ਼ ਕਰਾ ਕੇ ਐਫੀਡੇਵਿਟ ਦਿੱਤੇ। ਸੀਬੀਆਈ ਨੇ 2-3-4 ਬੰਦਿਆਂ ਦੀ ਗਵਾਹੀ ਕਰਾਈ, ਬਾਕੀ ਇਹ ਗਵਾਹੀ ਨਹੀਂ ਕਰਾਈ। ਸਾਰੇ ਪਤਾ ਨਹੀਂ ਐਫੀਡੇਵਿਟ ਪਾੜਤੇ ਕਿ ਉਹਨਾਂ ਨੇ ਕਿੱਥੇ ਲੈ ਜਾ ਕੇ ਸੱਟ ਤੇ ਕੀ ਕੀਤਾ, ਠੰਡੇ ਬਸਤੇ ਚ ਪਾਤੇ। ਕੋਈ ਨਾਨਾ ਵੱਡੀ ਕਮਿਸ਼ਨ ਤੇ ਇਹਨਾਂ ਨੇ ਕਾਰਵਾਈ ਨਹੀਂ ਕੀਤੀ। ਦੂਜੀ ਗੱਲ, ਇੱਕ ਜੋਸ਼ੀ ਨੇ ਕਿਹਾ ਕਿ ਅਸੀਂ ਇਹਨਾਂ ਨੂੰ 5-5 ਲੱਖ ਦੀ ਗ੍ਰਾਂਟ ਦਿੱਤੀ ਹੈ। 5-5 ਲੱਖ ਦੀ ਗ੍ਰਾਂਟ ਜਿਹੜੇ ਇਹ ਗੱਲ ਕਰ ਰਹੇ ਨੇ ਨਾ, ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਾਈਮ ਮਿਨਿਸਟਰ ਸੀ, ਇਹਨਾਂ ਨੇ 440 ਕਰੋੜ ਰੁਪਏ ਦਿੱਤਾ ਪੰਜਾਬ ਨੂੰ, ਕਿ 22,000 ਪਰਿਵਾਰ ਜਿਹੜੇ ਨੇ ਪੰਜਾਬ ਵਿੱਚ ਉਜੜ ਕੇ ਨੇ 2 ਲੱਖ ਦੀ ਗ੍ਰਾਂਟ ਦੇਣੀ। ਠੀਕ ਹੈ। ਉਹਦੇ ਵਿੱਚੋਂ 165 ਕਰੋੜ ਰੁਪਏ ਬਚ ਗਿਆ, ਨਹੀਂ ਵੰਡਿਆ ਗਿਆ। ਉਹ ਹੁਣ ਵੰਡਿਆ ਕਰ। ਹਾਂ, ਉਹ ਇਹਨਾਂ ਨੇ ਬੜੀ ਚਲਾਕੀ ਕੀਤੀ ਹੈ ਨਾ, ਇਹ ਬੀਜੇਪੀ ਨੇ ਵੀ। ਤੁਸੀਂ ਗੱਲ ਸੁਣਾ ਇਹਨਾਂ ਦੀ ਵੀ। ਇਹਨਾਂ ਨੇ 165 ਕਰੋੜ ਰੁਪਈਆ ਜਿਹੜਾ ਹੈ ਉਹ ਦਿੱਲੀ ਦੀ ਜਿਹੜਾ ਪੰਜਾਬ ਦਾ ਵਾਪਸ ਪੈਸਾ ਲੈ ਕੇ ਤੋਂ ਮੰਗਾ ਲਿਆ, ਉਹਨੂੰ ਟ੍ਰਾਂਸਫਰ ਕਰਕੇ ਇਹਨਾਂ ਨੇ 5-5 ਲੱਖ ਰੁਪਏ ਜਿਹੜੀ 84 ਦੇ ਵਿਧਵਾਵਾਂ ਨੇ 700 ਜਿਹੜੀਆਂ ਰਹਿੰਦੀਆਂ ਨੇ ਦਿੱਲੀ ਵਿੱਚ, ਉਹਨਾਂ ਨੂੰ ਸਾਡਾ ਪੰਜਾਬ ਦਾ ਪੈਸਾ ਉੱਥੇ ਵੰਡ ਦਿੱਤਾ। ਦੇਖੋ, ਤੇ ਕਹਿੰਦੇ ਅਸੀਂ ਪੈਸਾ ਵੰਡਤਾ, ਕੇਜਰੀਵਾਲ ਕਹਿੰਦਾ ਮੈਂ ਵੰਡਤਾ, ਬੀਜੇਪੀ ਕਹਿੰਦੀ ਮੈਂ ਵੰਡ ਦਿੱਤਾ। ਜਿਹੜੇ ਪੰਜਾਬ ਵਿੱਚ ਪਰਿਵਾਰ ਬੈਠੇ 25,000 ਪਰਿਵਾਰ, ਉਹਨਾਂ ਨੂੰ ਤੁਸੀਂ ਦੱਸੋ ਕੀ ਦਿੱਤਾ? ਤੁਸੀਂ ਆਪਣੇ ਕੋਲ ਪੈਕੇਜ ਤੇ ਦਿਓ ਕੋਈ। ਤੁਸੀਂ ਜੇ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਨੇ, ਇਹਨਾਂ ਨੂੰ ਕੋਈ ਬੈਨੀਫਿਟ ਦਿਓ, ਇਹਨਾਂ ਨਾਲ ਤੁਸੀਂ ਮੋੜ ਮੁਸੀਬਤ ਦੇਖੋ, ਉਹ ਵੀ ਗੱਲ ਤੁਸੀਂ ਕਰਦੇ ਹੀ ਨਹੀਂ ਕੋਈ। ਜਿਹੜਾ ਸਵਾਲ ਤਾਰਾ ਸਿੰਘ ਸੰਧੂ ਹੋਰਾਂ ਨੇ ਪਹਿਲਾਂ ਚੁੱਕਿਆ ਕਿ ਚਲੋ 33 ਸਾਲ ਜੇ ਇਨਸਾਫ ਨਹੀਂ ਮਿਲਿਆ, ਹੁਣ ਤੁਸੀਂ ਇਨਸਾਫ ਦਵਾ ਦਿਓ, ਨਾਨਾਵਤੀ ਕਮਿਸ਼ਨ ਦੀ ਜਿਹੜੀ ਸਿਫਾਰਿਸ਼ਾਂ ਸੀ ਉਹ ਲਾਗੂ ਕਰਾ ਦਿਓ। ਦੂਜੀ ਗੱਲ, ਹੁਣ ਤੱਕ ਦੇਖਿਆ ਜਾਵੇ ਤਾਂ ਸਿਰਫ ਇਸ ਤੇ ਸਿਆਸਤ ਹੀ ਹੋਈ ਹੈ, ਅਸਲ ਦੇ ਵਿੱਚ ਵੀ ਸਿਆਸਤ ਹੋਈ ਹੈ ਇਸ ਪੂਰੇ ਮਾਮਲੇ ਤੇ। ਔਰ ਜਿੰਨੀਆਂ ਵੀ ਕਮਿਸ਼ਨ, ਜਿੰਨੇ ਵੀ ਏਜੰਸੀਆਂ ਆਈਆਂ ਨੇ, ਉਹਨਾਂ ਦਾ ਕੋਈ ਵੀ ਠੋਸ ਫੈਸਲਾ ਹਾਲੇ ਤੱਕ ਬਾਹਰ ਨਹੀਂ ਨਿਕਲ ਸਕਿਆ ਅਦਾਲਤ ਵੱਲੋਂ। ਔਰ ਹੁਣ ਇਹ ਨਹੀਂ ਸਮਝ ਆਉਂਦੀ ਕਿ ਇਹ ਲੋਕ ਕਿਸ ਤੋਂ ਇਨਸਾਫ ਦੀ ਉਮੀਦ ਕਰਨ। ਦੇਖੋ, ਸਿਆਸਤ ਤੁਸੀਂ ਕਹਿ ਸਕਦੇ ਹੋ, ਲੇਕਿਨ ਜਦ ਮਦਨ ਲਾਲ ਖੁਰਾਨਾ ਜੀ ਮੁੱਖ ਮੰਤਰੀ ਬਣੇ ਔਰ 93 ਦੇ ਅੰਦਰ ਜਦ ਨਰੂਲਾ ਕਮੇਟੀ ਬਣਾਈ ਉਹਨਾਂ ਨੇ, और उस कमेटी ने जब किया HKL भगत, सज्जन कुमार, जगदीश टाइटलर के खिलाफ केस दर्ज होने चाहिए ने, वो सिफारिशां फिर आगे जाके केंद्र सरकार को रुकी रही हैं। देखो गल है कि माइलस्टोन में हले भी गया, मेरी गल खत्म हो तो 93 तो बाद फिर जब नानावटी कमीशन बनता है, नानावटी कमीशन की रिकमेंडेशंस आती हैं और उस 717 करोड़ रुपए भी नानावटी कमीशन असी बनाए सी, उस तो 717 करोड़ रुपए जी है रिलीफ डिस्ट्रीब्यूट होंदा है। हुण आके भी जिहड़ा हैगा रिलीफ डिस्ट्रीब्यूशन की जिहड़ी गल जिहड़ा है प्रधानमंत्री ने कही और उन्होंने बाकी सूबिਆਂ ਨੂੰ भी लिखिया सी जे तुहाडे कोल उत्थे कोई पीड़ित परिवार है दसो तो उन्होंने जिहड़ा है केंद्र पैसा देगा। ये सारा केंद्र ने पैसा देना होंदा है, इस सेटर सिर्फ फैमिली आइडेंटिफाई करनियां होंदियां, देना उन्होंने होंदा है। पर देखो गल ये है कि भी इस कोई शक नहीं है कि ये बहुत ही जिहड़ा हैगा एक दुखदाई चैप्टर है, एक बहुत जड़ा भारत की डेमोक्रेसी के ऊपर एक बहुत बड़ा धब्बा है ये जड़ा ये है। और ये तो सब नूं पता है पर इस धब्बे नूं मिटाउण लई सरकार कर की रही है ठोस तक सरकार तो हुण लगी हुई ना जी, साडी सरकार तो लगी हुई है, हुण तो केसेस भी रीओपन है, CBI कोल भी चल रहा है। हुण जब कोर्ट जुडिशियल सिक्योरिटी चीज़ां होंदी है मल्टीपल होई है उससे उलझदी है, पर सरकार की नीयत ते कोई तुसीं प्रश्न नहीं चक सकते क्योंकि जजां दा इतिहास लिखिया जाएगा तद दे आएगा, चाहे मदन लाल खुराना जी, चाहे वाजपेयी जी, चाहे मोदी जी गवर्नमेंट, NDA गवर्नमेंट के दौरान जड़ा है इनू हमेशा ही जड़े स्टेप्स जड़े हैं जस्टिस वाल वधे। चलो ठीक है, मैं वापस आना ब्रेक जी ब्रेक ले लो, ब्रेक तो बाद तुहाडे कोल ही आना, एक छोटा जिहा ब्रेक ले। ब्रेक तो बाद दर्शकों का एक बार फिर तो स्वागत है, साडी विचार चर्चा जारी है। सुरजीत सिंह जी तुसीं कुछ कह रहे सी पर नाल एक सवाल मैं तुहाडे तो पुछना चाहना, कुछ लोग ये भी इल्जाम लाते हैं कि जिहड़े सिख कतलेआम के पीड़ित परिवारां दी तुहाडी जिहड़ी कमेटी बनी हुई है उहदे विच कुछ लोग फर्जी भी ने जिहड़े वाधू दा लाहा लेना चाहते हैं इन्हां चीज़ां दा, इस दे विच सच्चाई है कि नहीं? मैं ये बिल्कुल सच्चाई बेबुनियाद ते बिल्कुल झूठी है। रेड कार्ड बनाने 1986 ਦੇ ਵਿੱਚ ਪੰਜਾਬ ਸਰਕਾਰ ਨੇ जी, ਉਸ ਤੋਂ ਬਾਅਦ ਬਣਾਏ 2001 ਦੇ ਵਿੱਚ ਬਣਾਏ ਨੇ, ਠੀਕ ਹੈ ਨਾ। ਰੈੱਡ ਕਾਰਡ ਦਾ ਮਤਲਬ ਕਿ ਆਇਡੈਂਟੀਫਾਈ ਕੀਤਾ ਕਿ ਬਾਹਰੋਂ ਜੜ ਕੇ ਆ ਗਿਆ। ਰੈੱਡ ਕਾਰਡ ਬਿਲਕੁਲ ਬਣਾਣੇ ਸਰਕਾਰ ਨੇ, ਅਫਸਰਾਂ ਨੇ ਬਣਾਏ, ਨਾ ਅਸੀਂ ਬਣਾਏ ਨੇ, ਨਾ ਕਿਸੇ ਗੁਰਦੀਪ ਕੌਰ ਬਣਾਏ, ਨਾ ਚੀਮਾ ਸਾਹਿਬ ਨੇ ਬਣਾਏ ਨੇ। ਸਰਕਾਰ ਨੇ 25 ਵਾਰ ਪੜਤਾਲਾਂ ਕਰਕੇ ਬਣਾਏ ਨੇ। ठीक है, ਰੈੱਡ ਕਾਰਡ ठीक है। 20 ਸਾਲ ਬਾਅਦ 2-2 ਲੱਖ ਦੀ ਗ੍ਰਾਂਟ ਮਿਲੀ ਸਾਨੂੰ, 2006 ਵਿੱਚ ਮਿਲੀ। ਕੁਝ ਫਲੈਟ ਦੇ ਦਿੱਤੇ ਨੇ, ਤਕਰੀਬਨ 3000 ਫਲੈਟ ਦਿੱਤੇ ਨੇ, ਕੱਲੀ ਬੀਜੇਪੀ ਗਵਰਨਮੈਂਟ ਨੇ ਦਿੱਤੇ ਨੇ ਸਾਨੂੰ। ਉਸ ਤੋਂ ਬਾਅਦ ਉਹ ਡਰਾ ਕੱਢ ਕੇ ਦਿੱਤੇ ਨੇ। ਉਹਦੇ ਵਿੱਚ ਕੁਝ ਇਹਨਾਂ ਦੇ 2-3 ਏਜੰਟ ਹੈਗੇ ਨੇ ਲੁਧਿਆਣੇ ਦੇ ਵਿੱਚ ਹੀ ਹੈਗੇ ਨੇ ਜਿਹੜੇ ਹਾਈ ਕੋਰਟ ਰੇਟ ਕਰਦੇ ਨੇ, ਉਹਨਾਂ ਦਾ ਪੇਸ਼ਾ ਹੈ RTI ਦੇ ਕਾਨੂੰਨ ਬਣਿਆ, ਸਭ ਤੋਂ ਮਾੜਾ ਕਾਨੂੰਨ ਦੁਨੀਆ ਵਿੱਚੋਂ ਕਾਨੂੰਨ ਹੈ। ਇਹ ਦੇਖਦੇ ਨੇ ਕਿ ਕਿਤੇ 2 ਰੈੱਡ ਕਾਰਡ ਬਣੇ ਨੇ, ਉਹ ਚੈੱਕ ਕਰਦੇ ਨੇ ਇੰਟਰਨੈਟ ਤੇ, ਉਹਦੀ ਕੰਪਲੇਂਟ ਪਾ ਦਿੰਦੇ ਨੇ। ਇਹਨਾਂ ਬੰਦਿਆਂ ਨੇ ਇਹਨਾਂ ਨਵਾਂ ਕੰਮ ਸ਼ੁਰੂ ਕਰਤਾ ਕਾਂਗਰਸ ਨੇ, ਮੈਂ ਨਵੀਂ ਗੱਲ ਦੱਸਾਂ, ਉਹਨੂੰ ਫਿਰ ਕਹਿੰਦੇ ਨੇ ਇਹ ਤੇਰੇ 2 ਰੈੱਡ ਕਾਰਡ ਬਣੇ ਨੇ, ਤੇਰੀ ਹੀ ਕੰਪਲੇਂਟ ਕਰਨ ਲੱਗਿਆ। ਉਹਦੀ ਕੰਪਲੇਂਟ ਤੋਂ ਬਾਅਦ ਕਹਿੰਦੇ ਨੇ ਇੱਕ ਤੇਰਾ ਕੈਂਸਲ ਹੋ ਜਾਊਗਾ ਜੇ ਤੇਰਾ ਬੈਨੀਫਿਟ ਤੇ 2 ਲੱਖ ਮਿਲਿਆ ਮੈਨੂੰ ਅੱਧਾ ਤੂੰ ਦੇ ਵਿੱਚੋਂ ਤੇ ਇੱਕ ਮਕਾਨ ਦੇ ਦੇ ਮਤਲਬ ਪਲਾਟ ਦੇ। ਇਹ ਨਾ ਪੈਸੇ ਚਲਾਇਆ, ਅਸੀਂ ਹਾਈ ਕੋਰਟ ਜਾ ਰਹੇ ਇਹਨਾਂ ਦੇ ਖਿਲਾਫ।
ਦੂਜੀ ਗੱਲ ਹੋਰ ਤੁਹਾਨੂੰ ਦੱਸਾਂ, ਅੱਜ 7 ਮਹੀਨੇ ਪਹਿਲਾਂ ਸਾਨੂੰ ਚੈੱਕ ਦਿੱਤੇ ਅਕਾਲੀ ਬੀਜੇਪੀ ਗਵਰਨਮੈਂਟ ਨੇ, ਕੋਡ ਆਫ ਕੰਡੈਮ ਲਾਗੂ ਗਿਆ 7 ਮਹੀਨੇ ਤਾਂ ਮੈਨੂੰ ਕੁਦਰਤੀ ਫਾਈਲ ਮੇਰੀ ਰਹਿ ਕਰੇ, ਮੈਂ ਲੈ ਕੇ ਨਹੀਂ ਆਇਆ ਜੀ। ਉਹਨਾਂ ਨੇ ਦਿੱਤੇ ਨੇ 33 ਚੈੱਕ ਦਿੱਤੇ, ਕੋਡ ਲੱਗ ਗਿਆ, ਚੈੱਕ ਇਹਨਾਂ ਨੇ ਬੰਦ ਕਰ ਦਿੱਤੇ, ਪੇਮੈਂਟ ਨਹੀਂ ਹੋ ਸਕਦੀ। ਨਵੀਂ ਸਰਕਾਰ ਬਣੀ, ਘੱਟ ਤੋਂ ਘੱਟ 25 ਗੇੜੇ ਸੀ ਡੀਸੀ ਕੋਲ ਮਾਰੇ, ਮੈਂ FCR ਸਾਹਿਬ ਦੇ ਕੋਲ ਗਿਆ, ਮੈਨੂੰ ਫਾਈਲਾਂ ਦਿਖਾਈਆਂ, ਮੈਂ ਸਾਨੂੰ ਚੈੱਕ ਦਿੱਤੇ ਨੇ, ਚੈੱਕ ਇਹਨਾਂ ਨੇ ਉਹਦੀ ਪੇਮੈਂਟ ਰੋਕ ਲਈ, ਕਹਿੰਦੇ ਆਨਲਾਈਨ ਦੇਾਂਗੇ। ਅੱਜ 8 ਮਹੀਨੇ ਹੋ ਗਏ ਨੇ, ਕਹਿੰਦੇ ਨੇ ਸਰਕਾਰ ਨੇ ਕੋਈ ਪੈਸੇ ਨਹੀਂ ਦਿੰਦਾ ਦੰਗਾ ਪੀੜਤਾਂ, ਉਹ ਸਾਡੇ ਇਹਨਾਂ ਨੂੰ ਸਾਡੇ 34 ਚੈੱਕ ਹੀ ਰੋਕ ਲੈਂਦੇ, ਗਰੀਬ ਸਾਡੇ ਚੈੱਕ ਰਹੇ ਉਹ ਬੰਦੇ ਨੇ ਜਿਹੜੇ ਜਮਨਾ ਪਾਰ ਤੋਂ ਆਏ ਨੇ, ਤਾਜਪੁਰ ਰੋਡ ਤੇ ਰਹਿੰਦੇ ਨੇ, ਕੁਝ ਦੁਗਰੀ ਰਹਿੰਦੇ ਨੇ, ਕੱਲੇ ਬੰਦੇ ਦੀ ਕਰੋ ਪੜਤਾਲ, ਬਿਲਕੁਲ ਹੈਂਡ ਟੂ ਮਾਊਥ, ਰੋਟੀ ਖਾਣ ਜੋਗੀ ਨਾ ਤੋਂ ਹੈ ਨਹੀਂ। ਇਹ ਸਾਰਾ ਕੰਮ ਨੇ ਸ਼ੁਰੂ ਕੀਤਾ ਹੈ ਇਹ 84 ਦੇ ਪੀੜਤਾਂ ਨੂੰ ਬਦਨਾਮ ਕਰਨ ਵਾਸਤੇ। ਕੋਈ ਇਹਦੇ ਵਿੱਚ ਕੋਈ ਸੱਚਾਈ ਨਹੀਂ, ਇੱਕ ਪਹਿਲੀ ਸੱਚਾਈ ਨਹੀਂ। ਉਹ ਮੈਂ ਤੁਹਾਨੂੰ ਰਿਕਾਰਡ ਲੈ ਕੇ ਦਿਖਾਂ 2 ਬੰਦਿਆਂ ਦਾ, ਇੱਕ ਮਿੰਟ ਮੇਰੀ ਗੱਲ ਸੁਣੋ ਪੂਰੀ ਗੱਲ ਦਾ, ਮੈਂ ਰਿਕਾਰਡ ਦਿਆਂਗਾ, ਉਹ ਬੰਦੇ ਵੀ ਅੰਦਰ ਹੋਣਗੇ ਤੇ ਉਹਨਾਂ ਖਿਲਾਫ ਕਾਰਵਾਈ ਵੀ ਹੋਗੀ। ਇਹ ਇਹਨਾਂ ਨੇ ਨਵਾਂ ਸ਼ੁਰੂ ਕੀਤਾ ਕੰਮ ਬਦਨਾਮ ਕਰਨ ਵਾਸਤੇ, ਇਹ ਮੁੱਦੇ ਨੂੰ ਭੜਕਾਉਣਾ ਚਾਹੁੰਦੇ ਨੇ। ਠੀਕ ਹੈ, ਇੱਕ ਸੱਚਾਈ ਦੇ ਕੋਹਾਂ ਤੋਂ ਦੂਰ ਨੇ, ਕੋਈ ਇੱਕ ਨੂੰ ਕੋਈ ਸਾਬਿਤ ਕਰ ਜਾਵੇ, ਮੈਨੂੰ ਕੋਈ ਸਾਬਿਤ ਕਰ ਜਾਏ, ਕਿਸੇ ਬੀਬੀ ਗੁਰਦੀਪ ਨੂੰ ਸਾਬਿਤ ਕਰ ਜਾਏ ਕਿ ਕਿਸੇ ਤੋਂ ਕੋਈ ਕੋ ਲਿਆ ਹੋਇਆ। ਅੱਜ ਤੱਕ ਚਾਹ ਦਾ ਕੱਪ ਅਸੀਂ ਆਪਣਾ ਬਿਜ਼ਨਸ ਕਰਦੇ ਹਾਂ, ਅਸੀਂ ਬਿਜ਼ਨਸਮੈਨ, ਸਾਡੇ ਕਾਰੋਬਾਰ ਸੈੱਟ, ਸਾਡੇ ਤੇ ਗੁਰੂ ਦੀ ਬਖਸ਼ਿਸ਼ ਹੈਗੀ ਹੈ। ਠੀਕ ਹੈ, ਅਸੀਂ 30 ਸਾਲ ਤੋਂ ਸੇਵਾ ਕਰਦੇ ਹਾਂ, ਸੇਵਾ ਕਰਾਂਗੇ ਉਦੋਂ ਤੱਕ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ, ਜਦੋਂ ਤੱਕ ਕਾਤਲਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਜਦੋਂ ਤੱਕ ਲੋਕਾਂ ਦਾ ਮੁੜ ਬਸੇਵਾ ਨਹੀਂ ਹੁੰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਹਰਪ੍ਰੀਤ ਜੀ ਕਿ ਜਿਹੜੀ ਇਹਨਾਂ ਦੀ ਪੀੜਾ ਹੈ ਉਹ ਬਿਲਕੁਲ ਸਾਰੇ ਮਹਿਸੂਸ ਕਰਦੇ ਆ, ਉਹ ਆਪਦੀ ਪੀੜਾ ਦੇ ਵਾਂਗੂ। ਜਿੱਥੇ ਕੋਈ ਕਿਸੇ ਬੰਦੇ ਨੇ, ਕਿਉਂਕਿ ਅਜੇ ਤੱਕ ਸਟੇਟ 'ਚ ਨਾ ਪ੍ਰੈਸ 'ਚ ਨਾ ਮੀਡੀਆ 'ਚ ਨਾ ਕਿਤੇ ਅੱਜ ਤੱਕ ਇਹ ਗੱਲ ਆਈ ਜਿਹੜੀ ਸਰਜੀਤ ਸਿੰਘ ਹੋਰੀ ਕਹਿ ਰਹੇ ਆ। ਪਰ ਜੇ ਫਿਰ ਵੀ ਕੋਈ ਸ਼ਰਾਰਤੀ ਅਨਸਰ ਇਹੋ ਜੀ ਗੱਲਬਾਤ ਕਰਦਾ, ਇਹਨਾਂ ਨੂੰ ਮੈਂ ਰਿਕੁਐਸਟ ਕਰਦਾ ਸਾਡੇ ਧਿਆਨ 'ਚ ਲਿਆਉਣ। ਮੈਸੇਜ ਨਹੀਂ ਹੈਗਾ ਉਹਨਾਂ ਵਾਸਤੇ ਹੈ ਜੀ, ਜਿਹੜੇ ਚੈੱਕਾਂ ਦੀ ਇਹ ਗੱਲ ਕਰ ਰਹੇ ਉਹ ਵੀ ਟੇਕ ਅਪ ਕਰਾਂਗੇ, ਉਹ ਵੀ ਦਿਖਾਵਾਂਗੇ, ਟੇਕ ਅਪ ਕਰਾਂਗੇ, ਕੱਲ ਹੀ ਦਿਖਾਵਾਂਗੇ, ਕੱਲ ਫਾਈਲ ਦੇ ਦੇਵਾਂਗੇ ਨੂੰ, ਸਾਰੀ ਫਾਈਲ ਬਣਾ ਕੇ ਦੇ ਦਾਂਗੇ, ਚੈੱਕ ਕਰ ਉਹ ਵੀ ਅਸੀਂ ਟੇਕ ਅਪ ਕਰਾਂਗੇ। ਕੋਈ ਅਫਸਰ ਗੱਲ ਨਹੀਂ ਸੁਣਦਾ, ਕੋਈ ਜਿਹੜੇ ਕੋਲ 84 ਦਾ ਹੈ, ਬਾਹਰ ਚਲੋ ਜੀ, ਬਾਹਰ ਚਲੋ ਜੀ, ਸਰਕਾਰ ਬਦਲ ਗਈ ਜੀ, ਇਸ ਤਰ੍ਹਾਂ ਮਿਸਬਿਹੇਵ ਕਰਦੇ ਨੇ ਅਫਸਰ। ਮੈਂ ਤਾਂ ਪਹਿਲਾਂ ਦੇਖੇ ਜੀ ਇਹ 7 ਮਹੀਨੇ ਜੋਗ ਨੇ, ਤੁਹਾਨੂੰ ਤਾਰਾ ਸਿੰਘ ਜੀ ਰਿਕੁਐਸਟ ਬੇਨਤੀ ਮੇਰੀ, ਜਿਹੜੇ ਹਾਲਾਤ ਹੁਣ ਬਦਲੇ ਨੇ ਨਾ, ਮੈਂ ਗਵਰਨਰ ਰਾਜੇਸ਼ ਨਹੀਂ ਦੇਖੇ ਜਿਹੜੇ ਹਾਲਾਤ ਇਸ ਵੇਲੇ ਬਦਲ ਗਏ ਨੇ। ਮਤਲਬ ਉਹ ਸਮਝਦੇ ਨੇ ਕੋਈ ਰਾਜ ਅਫਸਰਾਂ ਦਾ ਆ ਗਿਆ, ਸਰਕਾਰ ਵਾਲੀ ਕੋਈ ਚੀਜ਼ ਹੀ ਨਹੀਂ। ਇਸ ਤਰੀਕੇ ਨਾਲ ਅਫਸਰ ਸਹੀ ਚੱਲ ਰਹੀ ਹੈ ਜੀ। ਹਾਂ ਜੀ ਚੀਮਾ ਸਾਹਿਬ, ਅਜਿਹੇ ਦੇ ਵਿੱਚ ਫਿਰ ਅਸੀਂ ਇਨਸਾਫ ਦੀ ਉਮੀਦ ਕੀ ਰੱਖੀਏ? ਚਲੋ ਇਨਸਾਫ ਲਈ ਤਾਂ ਅਦਾਲਤਾਂ ਦੇ ਵਿੱਚ ਜਦੋਜਹਿਦ ਜਾਰੀ ਹੈ, ਪਰ ਰੋਜ਼ਮਰਰਾ ਦੀ ਜ਼ਿੰਦਗੀ ਦੇ ਲਈ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਉਹਨਾਂ ਵਾਸਤੇ ਤਾਂ ਕੰਮ ਕਰਨਾ ਜ਼ਰੂਰੀ ਹੈ। ਉਹ ਕਿਵੇਂ ਮੇਰੇ ਕਹਿਣ ਦੀ ਤਾਂ ਰੱਖਣ ਕੋਈ ਲੋੜ ਰਹਿ ਨਹੀਂ ਗਈ, ਕਿਉਂਕਿ ਪੀੜਤ ਧਿਰ ਨੇ ਵੀ ਦੱਸ ਦਿੱਤਾ ਵੀ ਚੈੱਕ ਦਿੱਤੇ ਹੋਏ। ਹੁਣ ਤੁਸੀਂ ਪੰਚਾਇਤਾਂ ਦੇ ਚੈੱਕ ਰੋਕ ਲਏ, ਕਮੇਟੀਆਂ ਦੇ ਰੋਕ ਲਏ, ਹੁਣ ਘੱਟੋ ਘੱਟ 84 ਵਾਲਿਆਂ ਦੇ ਤੇ ਵਿਚਾਰਿਆਂ ਦੇ ਇਹਨਾਂ ਦੇ ਤਾਂ ਤਰਸ ਕਰੋ ਨਾ। ਇਹ ਤਾਂ ਮੈਂ ਇਹਨਾਂ ਦੀ ਰਾਹੀਂ ਸਰਕਾਰ ਨੂੰ, ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਤੇ ਵਿੱਤ ਮੰਤਰੀ ਸਾਹਿਬ ਨੂੰ ਵੀ ਕੁਛ ਥਾਵਾਂ ਦੇ ਉੱਤੇ ਤਾਂ ਤਰਸ ਕਰ ਲਓ ਨਾ। ਹੁਣ ਇਹਨਾਂ ਲੋਕਾਂ ਨੇ ਜੇ ਇੰਨੇ ਸਾਲਾਂ ਬਾਅਦ ਉਹਨਾਂ ਨੂੰ ਮਿਲ ਗਿਆ ਹੱਕ ਉਹਨਾਂ ਦਾ, ਤੇ ਫਿਰ ਜਿਹੜੀ ਦੂਜਿਆਂ ਦੇ ਨਾਲ ਜਿੱਥੇ ਪੇਮੈਂਟ ਸਾਰੇ ਪੰਜਾਬ ਦੀਆਂ ਸਟਾਪ ਕੀਤੀਆਂ ਇਹ ਵੀ ਰੋਕ ਲੈਣੇ, ਤੇ ਇਹਨਾਂ ਦਾ ਹੱਕ ਰੱਖ ਕੇ ਕੀ ਤੁਸੀਂ ਸਟੇਟ ਨੂੰ ਕਿੰਨੇ ਕੁ ਭਾਗ ਲੱਗ ਜਾਣਗੇ ਇਹਨਾਂ ਲੋਕਾਂ ਦਾ ਹੱਕ ਮਾਰ ਕੇ? ਇਹ ਸਮਝਣ ਵਾਲੀ ਗੱਲ ਹੈ। ਇਸ ਤਰ੍ਹਾਂ ਹੈਗੀ ਆ, ਜਿਵੇਂ ਚੀਮਾ ਸਾਹਿਬ ਨੇ ਕਿਹਾ ਵੀ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ। ਚੀਮਾ ਸਾਹਿਬ ਵਿੱਤ ਮੰਤਰੀ ਸਾਹਿਬ ਨੇ ਤੇ ਜਦੋਂ ਆਏ ਨਾ, ਤੇ ਸਭ ਤੋਂ ਪਹਿਲਾ ਕੰਮ ਹੀ ਇਹੋ ਕੀਤਾ ਕਿ ਜੋ ਪੀੜਤ ਪਰਿਵਾਰਾਂ ਨੂੰ, ਇੱਕ ਤੇ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਦੰਗਾ ਪੀੜਤ, ਆਪਾਂ ਦੰਗਾ ਪੀੜਤ ਨਹੀਂ ਹੈਗੇ, ਆਪਾਂ ਕਤਲੇਆਮ ਪੀੜਤ ਆ। ਜਦੋਂ ਪੀੜਤ ਪਰਿਵਾਰਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਹੋਈਆਂ ਸਨ ਬਾਦਲ ਸਾਹਿਬ ਨੇ, ਉਹ ਸਹੂਲਤਾਂ ਸਭ ਤੋਂ ਪਹਿਲੇ ਉਹਨੇ ਵਾਪਸ ਲਈਆਂ। ਉਹ ਕਹਿੰਦਾ ਇਹਨਾਂ ਪੀੜਤ, ਉਹਨਾਂ ਨੇ ਤੇ ਖੈਰ ਦੰਗੇ ਹੀ ਇਸਤੇਮਾਲ ਕੀਤਾ ਕਿ ਦੰਗਾ ਪੀੜਤਾਂ ਲਈ ਆਈ ਤੋਂ ਕੋਈ ਸਹੂਲਤ ਨਹੀਂ ਦਿੱਤੀ ਜਾਏਗੀ। ਉੱਥੇ FCR ਸਾਹਿਬ ਨੇ ਇੱਕ ਚਿੱਠੀ ਲਿਖੀ, ਉਹਨਾਂ ਨੇ ਚਿੱਠੀ ਲਿਖ ਕੇ ਕਿਹਾ ਕਿ ਇਹ ਦੇਖੋ ਇੱਕ ਬਹੁਤ ਹੀ ਜਿਹੜਾ ਹੈਗਾ ਨਾਜ਼ੁਕ ਮਸਲਾ ਹੈਗਾ, ਇਹਦੇ ਵਿੱਚ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਇਹਨਾਂ ਨੂੰ ਇਹ ਵਾਪਸ ਨਾ ਲੀਤੀਆਂ ਜਾਣ। ਉਹ ਸ਼ਾਇਦ ਫਿਰ ਮੁੱਖ ਮੰਤਰੀ ਸਾਹਿਬ ਦੇ ਕੋਲ ਫਾਈਲ ਗਈ, ਉਹਨਾਂ ਨੇ ਸ਼ਾਇਦ ਉਸ ਚੀਜ਼ ਨੂੰ ਰੋਕਿਆ, ਪਰ ਵਿੱਤ ਮੰਤਰੀ ਸਾਹਿਬ ਨੇ ਸਭ ਤੋਂ ਪਹਿਲੇ ਆਂਦੇ ਹੀ ਵੱਡੀ ਕੋਸ਼ਿਸ਼ ਕੀਤੀ ਕਿ ਇਹਨਾਂ ਦੀਆਂ ਜਿੰਨੀਆਂ ਸਹੂਲਤਾਂ ਇਹ ਵਾਪਸ ਲਈਆਂ ਜਾਣ। ਹੁਣ ਜਿਵੇਂ ਸਰਦਾਰ ਸਰਜੀਤ ਸਿੰਘ ਹੋਰਾਂ ਨੇ ਦੱਸਿਆ ਹੈਗਾ ਭਈ ਜੋ ਸਾਡੇ ਨਾਲ ਵਿਵਹਾਰ ਹੁੰਦਾ, ਜਦੋਂ ਅਸੀਂ DC ਆਫਿਸ ਜਾਵਾਂ ਤੇ ਉਹਨਾਂ ਨੇ ਕਹਿਣਾ ਹੈਗਾ 2 ਮਹੀਨੇ ਬਾਅਦ ਆਣਾ ਜੀ, ਸਾਡੇ ਕੋਲ ਨਹੀਂ ਆਣਾ। ਜੇ ਸਾਡੇ ਤਾਰਾ ਸਿੰਘ ਜੀ, ਜੇ ਸਾਡੇ ਕਿਸੇ ਪੀੜਤ ਪਰਿਵਾਰ ਦੇ ਨਾਲ ਕੋਈ ਸਮੱਸਿਆ ਵਾ, ਅਸੀਂ ਉੱਥੇ ਜਾਣਾ, ਜੇ ਅਸੀਂ ਪੁਲਿਸ ਕਮਿਸ਼ਨਰ ਕੋਲ ਜਾਣਾ, ਅਸੀਂ DC ਸਾਹਿਬ ਕੋਲ ਜਾਣਾ, ਅਸੀਂ ਉਹਨਾਂ ਨੂੰ ਜਾ ਕੇ ਦੱਸਣਾ। ਜਾਂ ਤੇ ਸਾਨੂੰ ਕੋਈ ਇਹੋ ਜਿਹਾ ਸਾਡਾ ਸਿਸਟਮ ਬਣਾਓ ਜਿਹੜਾ ਚੰਡੀਗੜ੍ਹ ਕੋਈ ਇੱਕ ਦਫ਼ਤਰ ਕਾਇਮ ਕਰ ਲਓ, ਜੇ ਸਾਡੇ ਤੇ ਕੋਈ ਬਿਪਤਾ ਪੈਂਦੀ ਹੈ, ਤੁਹਾਡੇ ਕੋਈ ਵਿੱਚ ਇਹੋ ਜਿਹੇ ਜਿਹੜੇ ਨੁਮਾਇੰਦੇ ਹਨ ਜਿਹੜੇ ਸਾਨੂੰ ਬਲੈਕਮੇਲ ਕਰ ਰਹੇ ਨੇ ਇਸ ਵੇਲੇ, ਅਸੀਂ ਜਾ ਕੇ ਤੁਹਾਡੇ ਕੋਲ ਸਿੱਧੀ ਸ਼ਿਕਾਇਤ ਕਰਾਂ, ਚੰਡੀਗੜ੍ਹ ਆ ਕੇ ਕਰਾਂ, ਤਾਂ ਕਿ ਸਾਡੇ ਲੋਕਾਂ ਨੂੰ ਇਨਸਾਫ ਮਿਲ ਸਕੇ। ਦੇਖੋ ਇੱਕ ਤੇ ਲੋਕੀ ਪਹਿਲੇ ਦੁਖੀ ਹਨ, ਇੱਕ ਤੇ ਲੋਕਾਂ ਦੇ ਜਿਹੜੇ ਹਿਰਦੇ ਨੇ ਉਹ ਵਲੂੰਦਰੇ ਹੋਏ, ਉਹਨਾਂ ਦੇ ਜ਼ਖਮ ਰਿਸਦੇ ਪੈਣ।
ਇਸ ਟਾਈਮ ਮੈਂ ਤੁਹਾਡੇ ਸਾਹਮਣੇ ਗੱਲ ਕਰ ਰਹੀ ਹਾਂ, ਪਰ ਮੈਨੂੰ ਪਤਾ ਹੈਗਾ ਵੀ ਮੈਂ ਕਿਹੜੀ ਹਾਲਤ ਵਿੱਚ ਗੱਲ ਕਰ ਰਹੀ ਹੈਗੀ ਆ। ਔਰ ਇਹ ਦਿਨ ਇਹੋ ਜਿਹੇ ਹੈਗੇ ਨੇ ਜਿਹੜੇ ਸਾਨੂੰ ਅੱਜ ਦੀ ਤਰ੍ਹਾਂ ਯਾਦ ਆਉਂਦੇ ਨੇ ਭਈ ਅੱਜ ਸਾਡਾ ਕਤਲੇਆਮ ਹੋ ਰਿਹਾ ਸੀ ਉੱਥੇ। 3 ਦਿਨਾਂ ਬਾਅਦ ਤਾਰਾ ਸਿੰਘ ਜੀ 3 ਦਿਨਾਂ ਬਾਅਦ ਸਾਡੀਆਂ ਲਾਸ਼ਾਂ ਆਰਮੀ ਨੇ ਆ ਕੇ ਇਕੱਠੀਆਂ ਕੀਤੀਆਂ ਸਨ। ਸਾਡੇ ਸਿੱਖਾਂ ਦਾ ਕੀ ਮੁੱਲ ਪਿਆ ਸੀ, ਜਿਹੜਿਆਂ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਹਰ ਲੜਾਈ ਦੇ ਮੋਰਚੇ ਵੀ ਸਭ ਤੋਂ ਅੱਗੇ ਸਿੱਖ ਹੋਏ, ਉਹਨਾਂ ਨੂੰ ਕੀ ਮਿਲਿਆ ਹਿੰਦੁਸਤਾਨ ਤੋਂ ਕਿ ਉਹਨਾਂ ਦੀਆਂ ਲਾਸ਼ਾਂ ਕੁੱਤਿਆਂ ਨੇ ਸੂਰਾਂ ਨੇ ਖਿੱਚੀਆਂ ਜੇ, ਫੁੱਲੀਆਂ ਹੋਈਆਂ ਲਾਸ਼ਾਂ ਉਹਨਾਂ ਨਾਲ ਬਦਬੂ ਮਾਰਦੀ ਪਈ ਸੀ। ਤੇ ਜਦੋਂ ਤੀਜੇ ਦਿਨ ਅਸੀਂ ਰਿਪੋਰਟਾਂ ਲਿਖਾਣ ਉੱਥੇ ਥਾਣੇ ਗਈਆਂ ਸਾਂ, ਸਾਨੂੰ ਪਤਾ ਪਈ ਉੱਥੇ ਦੀ ਪੁਲਿਸ ਨੇ ਸਾਡੇ ਨਾਲ ਕੀ ਵਿਵਹਾਰ ਕੀਤਾ ਸੀ। ਪੁਲਿਸ ਨਾਲ ਹੋ ਕੇ ਸਭ ਕੁਝ ਕਰਵਾ ਰਹੀ ਸੀ। ਪਰ ਅੱਜ ਵੀ ਇਸ ਚੀਜ਼ ਨੂੰ ਸਾਂਭੋ, ਕਿਉਂਕਿ ਲੋਕ ਬਹੁਤ ਦੁਖੀ ਹੈਗੇ ਨੇ। ਤੁਹਾਡੇ ਹੀ ਵਿੱਚੋਂ ਜਿਹੜੇ 4-5 ਕੋਈ ਇਹੋ ਜਿਹੇ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਡਾਕਟਰ ਸਿੰਧੂ ਦੇ ਬਹੁਤ ਨੇੜੇ ਹੈਗੇ ਆ ਜੀ, ਉਹਦੇ ਬਹੁਤ ਕਲੋਜ਼ ਹੈਗੇ ਆ ਜੀ, ਹੁਣ ਸਿੰਧੂ ਸਾਹਿਬ ਆ ਗਏ ਜੀ, ਹੁਣ ਤੇ ਅਸੀਂ ਆਹ ਕਰਵਾ ਦਾਂਗੇ ਪੀੜਤ ਪਰਿਵਾਰਾਂ ਦਾ। ਸਾਡਾ ਕੋਈ ਵੀ ਹੁਣ ਕੁਝ ਨਹੀਂ ਵਿਗਾੜ ਸਕਦਾ। ਕਿਉਂ? ਉਦੋਂ ਅਸੀਂ ਬੇਗੁਨਾਹ ਮਾਰੇ ਗਏ। ਸਾਨੂੰ ਇਹ ਸੀਗਾ ਹੀ ਨਹੀਂ ਕਿ ਆਪਣੇ ਹਿੰਦੁਸਤਾਨ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਕੋਈ ਉੱਠ ਕੇ ਸਾਨੂੰ ਆ ਕੇ ਮਾਰ ਦੇਗਾ। ਇਸ ਕਰਕੇ ਹੁਣ ਇਸ ਚੀਜ਼ ਨੂੰ ਰੋਕੋ। ਤੁਹਾਡੇ ਤੇ ਇਹ ਕਾਂਗਰਸ ਸਰਕਾਰ ਤੇ ਹੁਣ ਨਿਰਭਰ ਹੈਗਾ ਕਿ ਜੋ ਕੁਝ ਵੀ ਹੋ ਰਿਹਾ ਹੈਗਾ ਇਸ ਚੀਜ਼ ਨੂੰ ਉਹ ਰੋਕਣ। ਠੀਕ ਹੈ ਵਿਨੀਤ ਜੀ, ਇੱਕ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਨੈਸ਼ਨਲ ਲੈਵਲ ਤੇ ਜਿਹੜੇ ਕਤਲੇਆਮ ਪੀੜਤ ਨੇ ਇਹਨਾਂ ਲਈ ਕੋਈ ਵੀ ਪਾਲਿਸੀ ਕਿਸੇ ਵੀ ਤਰ੍ਹਾਂ ਦੀ ਨਹੀਂ ਬਣੀ, ਨਾ ਤਾਂ ਪਿਛਲੀਆਂ ਸਰਕਾਰ ਨੇ ਬਣਾਈ, ਨਾ ਹੁਣ ਦੀ ਤੁਹਾਡੀ ਸਰਕਾਰ ਨੇ ਕੋਈ ਬਣਾਈ, ਨਾ ਕੋਈ ਇਹਨਾਂ ਤੇ ਰਿਜ਼ਰਵੇਸ਼ਨ ਦਾ ਕੋਟਾ ਕੋਈ ਖਾਸ ਰੱਖਿਆ ਗਿਆ। ਪੀੜਤ ਫੈਮਿਲੀ ਨੇ ਜੇਕਰ ਤੁਸੀਂ ਹੋਰਾਂ ਚੀਜ਼ਾਂ ਦੇ ਲਈ ਤੁਸੀਂ ਰਿਜ਼ਰਵੇਸ਼ਨ ਦੀ ਪਾਲਿਸੀ ਬਣਾ ਸਕਦੇ ਹੋ, ਇਹਨਾਂ ਲੋਕਾਂ ਨੇ ਕਿਉਂ ਨਹੀਂ ਬਣ ਸਕਦੀ? ਮੈਨੂੰ ਲੱਗਦਾ ਨਾਨਾਵਟੀ ਕਮਿਸ਼ਨ ਦੀ ਰਿਕਮੈਂਡੇਸ਼ਨਸ ਤੋਂ ਬਾਅਦ ਸ਼ਾਇਦ ਜੌਬਸ ਦਾ ਵੀ ਸੀਗਾ, ਹੋਰ ਵੀ ਕਾਫੀ ਕੁਝ ਚੀਜ਼ਾਂ ਸੀਗੀਆਂ ਖਤਮ ਹੋ ਗਈ। ਔਰ ਮੈਨੂੰ ਲੱਗਦਾ ਕਿ ਮੋਦੀ ਜੀ ਔਰ ਰਾਜਨਾਥ ਸਿੰਘ ਜੀ ਨੇ ਖਾਸ ਕਰਕੇ ਇੰਟਰਸਟ ਲੈ ਕੇ ਇਹਨਾਂ ਚੀਜ਼ਾਂ ਨੂੰ ਰਿਵਾਈਵ ਕੀਤਾ ਹੈ। ਔਰ ਪਰ ਹੋਇਆ ਨਹੀਂ ਹਾਲ ਤੱਕ ਰਿਜ਼ਰਵੇਸ਼ਨ ਦੀ ਕੋਈ ਵੀ ਰਿਵਾਈਵ ਹੋਈ ਨਹੀਂ। ਜੇਕਰ ਕੋਈ ਕਮੀ ਪੇਸ਼ੀ ਰਹੀ ਵੀ ਹੋਏਗੀ ਜਿਹੜੀ ਕਿ ਹੁਣ ਧਿਆਨ ਚ ਆ ਰਹੀ ਹੈ, ਅਸੀਂ ਟੇਕ ਅਪ ਕਰ ਸਕਦੇ ਹਾਂ ਦੁਬਾਰਾ, ਇਸ ਕੋਈ ਗੱਲ ਨਹੀਂ, ਕਰਾਂਗੇ ਟੇਕ ਅਪ। ਅੱਛਾ ਚਲੋ, ਮੈਂ ਤਾਰਾ ਸਿੰਘ ਜੀ ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਜਾਨਣਾ ਚਾਹਨਾ ਕਿ ਹੁਣ ਤੁਸੀਂ ਵੀ ਵੇਖ ਲਿਆ ਜੋ ਪੀੜਤਾਂ ਦੇ ਦੁੱਖ ਦਰਦ ਨੇ ਔਰ ਇਨਸਾਫ ਨਹੀਂ ਮਿਲਿਆ, ਉਹ ਦੁੱਖ ਦਰਦ ਤਾਂ ਹੈਗਾ ਹੀ ਹੈਗਾ, ਪਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਆਪਣੇ ਛੋਟੇ-ਛੋਟੇ ਕੰਮਾਂ ਲਈ, ਉਹਦਾ ਦੁੱਖ ਜ਼ਿਆਦਾ ਵੱਡਾ ਹੈ ਨਾ। ਮੈਂ ਸਿੱਧਾ ਐਲੀਗੇਸ਼ਨ ਤੁਹਾਡੀ ਸਰਕਾਰ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਰਜੀਤ ਸਿੰਘ ਜੀ, ਬੀਬੀ ਗੁਰਦੀਪ ਕੌਰ ਇਹ ਜਿਹੜਾ ਸਾਡੇ ਧਿਆਨ ਚ ਲਿਆਉਣਗੇ, ਜੇ ਲੋਕਲ ਹੈ ਤਾਂ ਮੈਂ ਲੋਕਲ ਲੀਡਰਸ਼ਿਪ ਨਾਲ ਟੇਕ ਅਪ ਕਰੂੰਗਾ, ਜੇ ਗਵਰਨਮੈਂਟ ਲੈਵਲ ਤੇ ਕਰਨਾ ਪੈਂਦਾ ਤਾਂ ਗਵਰਨਮੈਂਟ ਲੈਵਲ ਤੇ ਅਸੀਂ ਟੇਕ ਅਪ ਕਰਾਂਗੇ। ਚਲੋ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਇਹਨਾਂ ਦੇ ਮੁੱਦੇ ਨੇ ਉਹ ਜ਼ਰੂਰ ਹੱਲ ਹੋ ਜਾਣ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਸਾਡੇ ਨਾਲ ਜੁੜੇ ਰਹਿਣ ਦੇ ਲਈ। ਸੋ ਉਮੀਦ ਅਸੀਂ ਇਹੀ ਕਰਦੇ ਹਾਂ ਕਿ 84 ਕਤਲੇਆਮ ਦੇ ਜਿਹੜੇ ਸਿੱਖ ਪੀੜਤ ਨੇ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇ ਔਰ ਜਲਦੀ ਤੋਂ ਜਲਦੀ ਮਿਲੇ। 33 ਸਾਲ ਇਹਨਾਂ ਨੇ ਸੰਤਾਪ ਦੇ ਹੰਡਾ ਚੁੱਕੇ ਨੇ। ਸਿਰਫ ਇਸ ਆਸ ਇਸ ਉਮੀਦ ਦੇ ਵਿੱਚ ਸਰਕਾਰਾਂ ਬਦਲਦੀਆਂ ਰਹੀਆਂ ਨੇ। ਇਹਨਾਂ ਨੂੰ ਹਰ ਸਰਕਾਰ ਤੋਂ ਇਹੀ ਉਮੀਦ ਹੁੰਦੀ ਸੀ ਕਿ ਸ਼ਾਇਦ ਇਹ ਸਰਕਾਰ ਉਮੀਦ ਇਨਸਾਫ ਇਹਨਾਂ ਨੂੰ ਦਵਾਏਗੀ। ਇਨਸਾਫ ਦੀ ਉਮੀਦ ਇਹਨਾਂ ਨੇ ਨਹੀਂ ਛੱਡੀ, ਪਰ ਉਸ ਉਮੀਦ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ। ਸਭ ਤੋਂ ਵੱਡੀ ਗੱਲ ਇਹ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।